ਪਿਆਰੇ ਦਰਸ਼ਕੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਪ੍ਰੋਗਰਾਮ ਅੱਜ ਦਾ ਮਸਲਾ ਦੇ ਤਹਿਤ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਕਰਦੇ ਰਹਿੰਦੇ ਹਾਂ ਤੇ ਤੁਹਾਨੂੰ ਪ੍ਰੋਗਰਾਮ ਦਿਖਾਉਂਦੇ ਰਹਿੰਦੇ ਹਾਂ। ਤੇ ਦਰਸ਼ਕੋ, ਤੁਸੀਂ ਇਹ ਵੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਜਿਨ੍ਹਾਂ ਵਿਸ਼ਿਆਂ ਤੇ, ਜਿਨ੍ਹਾਂ ਮਸਲਿਆਂ ਤੇ ਜਾਂ ਜਿਨ੍ਹਾਂ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ, ਉਹ ਮੁੱਦੇ ਹਮੇਸ਼ਾ ਸਾਡੀ ਜ਼ਿੰਦਗੀ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਹੁੰਦੇ ਹਨ। ਤੇ ਅੱਜ ਦਾ ਵੀ ਜਿਹੜਾ ਵਿਸ਼ਾ ਹੈ ਉਹ ਇਹਦੇ ਨਾਲ ਹੀ ਹੈ ਕਿ ਸਾਡੀ ਜ਼ਿੰਦਗੀ ਕਿਹੋ ਜਿਹੀ ਹੈ। ਔਰ ਤੁਸੀਂ ਇਹ ਵੀ ਜਾਣਦੇ ਹੋ ਕਿ ਕੁਝ ਦਿਨਾਂ ਤੱਕ, ਕੁਝ ਸਮੇਂ ਤੱਕ ਜਿਹੜੀ ਝੋਨੇ ਦੀ ਆ ਕਟਾਈ ਉਹ ਜਿਹੜੀ ਸ਼ੁਰੂ ਹੋਣੀ ਹੈ। ਝੋਨਾ ਜਿਹੜਾ ਉਹ ਵਾਢੀ ਸ਼ੁਰੂ ਹੋਣੀ ਹੈ ਝੋਨੇ ਦੀ। ਔਰ ਤੁਹਾਨੂੰ ਪਤਾ ਕਿ ਜਦੋਂ ਝੋਨੇ ਦੀ ਕਟਾਈ ਸ਼ੁਰੂ ਹੁੰਦੀ ਹੈ, ਝੋਨੇ ਦੀ ਵਾਢੀ ਸ਼ੁਰੂ ਹੁੰਦੀ ਹੈ, ਝੋਨਾ ਚੱਕਣ ਤੋਂ ਬਾਅਦ ਪਰਾਲੀ ਦੀ ਜਿਹੜੀ ਸਮੱਸਿਆ ਉਹ ਬਹੁਤ ਵੱਡੇ ਪੱਧਰ 'ਤੇ ਬਣੀ ਰਹਿੰਦੀ ਹੈ। ਸਰਕਾਰਾਂ ਬਹੁਤ ਸਾਰੀ ਹਿੰਮਤ ਕਰਦੀਆਂ, ਕਿਸਾਨਾਂ ਨੂੰ ਸਮਝਾਇਆ ਜਾਂਦਾ ਕਿ ਪਰਾਲੀ ਨੂੰ ਅੱਗ ਨਾ ਲਾਓ। ਇਹ ਵਿਸ਼ਾ ਹੈ ਸਾਡਾ। ਵਾਤਾਵਰਨ ਵੀ ਅਸੀਂ ਬਚਾਉਣਾ ਹੈ ਔਰ ਆਪਣੀ ਸਿਹਤ ਵੀ ਜਿਹੜੀ ਬਚਾਉਣੀ ਹੈ। ਵਿਸ਼ਾ ਸਾਡਾ ਹੈ ਪਰਾਲੀ ਨਾ ਜਲਾਓ, ਵਾਤਾਵਰਨ ਬਚਾਓ। ਤੇ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਵਿੱਚ ਜਿਹੜੇ ਅੱਜ ਮਾਹਿਰ ਮਹਿਮਾਨ ਅਸੀਂ ਬੁਲਾਏ ਨੇ ਗੱਲਬਾਤ ਕਰਨ ਲਈ, ਉਹ ਨੇ ਮੇਰੇ ਬਿਲਕੁਲ ਨਾਲ ਬੈਠੇ ਡਾਕਟਰ ਸੁਰਜੀਤ ਸਿੰਘ ਜੀ, ਜਿਹੜੇ ਕਿ ਖੇਤੀਬਾੜੀ ਵਿਕਾਸ ਅਫਸਰ ਨੇ ਜਲੰਧਰ 'ਚ, ਔਰ ਉਹਨਾਂ ਦੇ ਬਿਲਕੁਲ ਨਾਲ ਇੰਜੀਨੀਅਰ ਨਵਦੀਪ ਸਿੰਘ ਜੀ, ਜਿਹੜੇ ਕਿ ਸਹਾਇਕ ਖੇਤੀਬਾੜੀ ਇੰਜੀਨੀਅਰ ਨੇ ਜਲੰਧਰ ਤੋਂ। ਉਹ ਅੱਜ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਨੇ ਔਰ ਗੱਲਬਾਤ ਜਿਹੜੀ ਆ ਅਸੀਂ ਕਰਾਂਗੇ। ਇਸ ਤੋਂ ਪਹਿਲਾਂ ਕਿ ਮੈਂ ਸਵਾਲ ਸਾਡੇ ਮਾਹਿਰ ਮਹਿਮਾਨਾਂ ਨੂੰ ਕਰਾਂ, ਸਕਰੀਨ ਤੇ ਸਿੱਧੇ ਅਸੀਂ ਨੰਬਰ ਵੀ ਦੱਸ ਰਹੇ ਹਾਂ, ਸਿੱਧਾ ਤੁਸੀਂ ਰਾਬਤਾ ਜਿਹੜਾ ਉਹ ਵੀ ਕਾਇਮ ਕਰ ਸਕਦੇ ਹੋ। ਸਾਡੇ ਐਕਸਪਰਟਸ ਨੇ, ਸਾਡੇ ਮਾਹਿਰ ਮਹਿਮਾਨਾਂ ਤੋਂ ਕੁਝ ਜਿਹੜੇ ਸਵਾਲ ਤੁਹਾਡੇ ਜ਼ਿਹਨ ਵਿੱਚ ਆਉਂਦੇ ਨੇ, ਦਿਲ ਵਿੱਚ ਆਉਂਦੇ ਨੇ, ਉਹ ਸਿੱਧੇ ਤੌਰ ਤੇ ਤੁਸੀਂ ਪੁੱਛ ਵੀ ਸਕਦੇ ਹੋ। ਔਰ ਨੰਬਰ ਨੋਟ ਤੁਸੀਂ ਕਰ ਲਓ 0181 281 42 61 ਤੇ 281 42 64। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਵੀ ਝੋਨੇ ਦੀ ਸਾਡੀ ਜਿਹੜੀ ਕਟਾਈ ਸ਼ੁਰੂ ਹੁੰਦੀ ਹੈ ਔਰ ਝੋਨੇ ਦੀ ਵਾਢੀ ਸ਼ੁਰੂ ਹੁੰਦੀ ਹੈ, ਔਰ ਉਸ ਤੋਂ ਬਾਅਦ ਪਰਾਲੀ ਜਿਹੜੀ ਆ ਉਹ ਬਹੁਤ ਵੱਡੀ ਸਮੱਸਿਆ ਸਾਡੇ ਲਈ ਬਣੀ ਰਹਿੰਦੀ ਹੈ। ਅਸੀਂ ਅੱਗ ਲਾਉਂਦੇ ਹਾਂ, ਬਹੁਤ ਸਾਰਾ ਧੂੰਆਂ ਹੁੰਦਾ, ਵਾਤਾਵਰਨ ਜਿਹੜਾ ਉਹ ਵੀ ਖਰਾਬ ਹੁੰਦਾ ਤੇ ਬਿਮਾਰੀਆਂ ਜਿਹੜੀਆਂ ਉਹ ਵੀ ਜਿਹੜੀਆਂ ਸਾਨੂੰ ਘੇਰਦੀਆਂ ਨੇ। ਇਹ ਅਸਲ ਵਿੱਚ ਜੇ ਆਪਾਂ ਇਹਦੀ ਪਰਾਲੀ ਨੂੰ ਅੱਗ ਲਾਉਣ ਦੀ ਇਹਦੇ ਨੁਕਸਾਨ ਬਾਰੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਪੁੱਛਣਾ ਚਾਹੁੰਦਾ ਕਿ ਕੋਈ ਹਰੇਕ ਕਿਸਾਨ ਜਿਹੜਾ ਉਹ ਪਰਾਲੀ ਨੂੰ ਅੱਗ ਲਾਉਂਦਾ। ਬਲਵਿੰਦਰ ਜੀ, ਜਿਹੜੀ ਝੋਨੇ ਦੀ ਪਰਾਲੀ ਆ, ਇਹਨੂੰ ਬਹੁਤ ਸਾਰੇ ਕਿਸਾਨ ਜਿਹੜੇ ਆ ਸਾਡੇ ਉਹ ਅੱਗ ਲਾ ਕੇ ਨਸ਼ਟ ਕਰਦੇ ਆ, ਤੇ ਕੁਝ ਜਿਹੜੇ ਕਿਸਾਨ ਆ ਉਹ ਇਹਨੂੰ ਵਿੱਚ ਵਾਹ ਕੇ ਤੇ ਇਹਨੂੰ ਜਿਹੜੀ ਖਾਦ ਦੇ ਤੌਰ ਦੇ ਉੱਤੇ ਵੀ ਜਿਹੜੀ ਆ ਵਰਤ ਰਹੇ ਆ। ਜੇ ਮੋਟੇ ਤੌਰ ਤੇ ਗੱਲ ਕਰੀਏ ਤਾਂ ਪਰਾਲੀ ਨੂੰ ਅੱਗ ਲਾਉਣ ਦੇ ਸਾਰੇ ਨੁਕਸਾਨ ਹੀ ਨੁਕਸਾਨ ਆ। ਜਿਵੇਂ ਕਿ ਜੇ ਆਪਾਂ ਪਹਿਲਾਂ ਗੱਲ ਕਰ ਲਈਏ ਤਾਂ ਖੁਰਾਕੀ ਤੱਤਾਂ ਦੀ, ਜਿਹੜੀ ਸਾਡੇ ਮੇਨ ਖੁਰਾਕੀ ਤੱਤ ਨੇ ਪੌਦਿਆਂ ਨੇ ਲੈਣੇ ਨੇ, ਜਿਵੇਂ ਕਿ ਨਾਈਟ੍ਰੋਜਨ ਆ, ਫਾਸਫੋਰਸ ਆ, ਪੋਟਾਸ਼ ਆ, ਇਹ ਜਿਹੜੇ ਆਪਾਂ ਇੱਕ ਟਨ ਜਿਹੜੀ ਪਰਾਲੀ ਆ ਉਹਦੇ ਵਿੱਚ ਲਗਭਗ ਸਾਡੀ 5 ਕਿਲੋ ਨਾਈਟ੍ਰੋਜਨ ਤੇ 2 ਕਿਲੋ 300 ਗ੍ਰਾਮ ਫਾਸਫੋਰਸ ਆ, 25 ਕਿਲੋ ਪੋਟਾਸ਼ ਆ ਤੇ 1 ਕਿਲੋ 200 ਗ੍ਰਾਮ ਜਿਹੜੀ ਗੰਧਕ ਦਾ ਤੱਤ ਜਿਹੜਾ ਉਹ ਸੜ ਕੇ ਸਵਾਹ ਹੋ ਜਾਂਦਾ। ਇਹਦੇ ਨਾਲ ਹੀ ਲਗਭਗ 400 ਕਿਲੋ ਜਿਹੜਾ ਆਰਗੈਨਿਕ ਮੈਟਰ, ਜਿਹਨੂੰ ਅਸੀਂ ਮੱਲੜ ਕਹਿੰਦੇ ਆ, ਜਿਹੜਾ ਕਿ ਸਾਡੇ ਖੇਤਾਂ ਵਿੱਚ ਬਹੁਤ ਜ਼ਰੂਰੀ ਆ, ਉਹ ਵੀ ਇਹਦੇ ਵਿੱਚ ਜਿਹੜਾ ਸੜ ਕੇ ਉਹ ਪੂਰੀ ਤਰ੍ਹਾਂ ਸਵਾਹ ਹੋ ਜਾਂਦਾ। ਤੇ ਸਾਨੂੰ ਇਹ ਖਾਦਾਂ ਜਿਹੜੀਆਂ ਕੈਮੀਕਲ ਖਾਦਾਂ ਜਿਹੜੀਆਂ ਬਹੁਤ ਕਿ ਅੱਜ ਕੱਲ੍ਹ ਮਹਿੰਗੀਆਂ ਨੇ, ਉਹ ਸਾਨੂੰ ਖਰੀਦ ਕੇ ਤੇ ਵਾਧੂ ਤੌਰ ਤੇ ਪਾਉਣੀਆਂ ਪੈਂਦੀਆਂ ਨੇ, ਤੇ ਕਿਸਾਨ ਦਾ ਜਿਹੜਾ ਇਹਦੇ ਨਾਲ ਜਿਹੜਾ ਬਹੁਤ ਸਾਰਾ ਜਿਹੜਾ ਵਾ ਉਹਦੇ ਖਰਚੇ ਜਿਹੜੇ ਆ ਵੱਧ ਜਾਂਦੇ ਨੇ ਜੀ। ਤੇ ਜਦੋਂ ਅਸੀਂ ਨੁਕਸਾਨ ਦੀ ਗੱਲ ਕਰਦੇ ਹਾਂ, ਜੇ ਅਸੀਂ ਆਪਣੇ ਖੇਤਾਂ ਵਿੱਚ ਜਿਹੜੀ ਪਰਾਲੀ ਨਹੀਂ ਜਲਾਉਂਦੇ ਜਾਂ ਅੱਗ ਉਹਨੂੰ ਨਹੀਂ ਲਾਉਂਦੇ, ਫਿਰ ਸਾਨੂੰ ਆ ਜਿਹੜੇ ਤੁਸੀਂ ਨੁਕਸਾਨ ਵੀ ਦੱਸੇ ਵੀ ਉਹ ਜਿਹੜੇ ਬਹੁਤ ਵਧੀਆ ਤੱਤ ਨੇ ਉਹ ਨਸ਼ਟ ਹੋ ਜਾਂਦੇ ਆ। ਤੇ ਕੀ ਫਾਇਦੇ ਕੀ ਹੁੰਦੇ ਆ ਕਿ ਜੇ ਅਸੀਂ ਉਹਨੂੰ ਵਾਹ ਦਿੰਦੇ ਹਾਂ ਬੱਚੇ? ਦੇਖੋ ਜੀ, ਜਦੋਂ ਮੈਂ ਹੋਰ ਤੁਹਾਨੂੰ ਉਹਦੇ ਨਾਲ ਐਡ ਕਰਨਾ ਚਾਹੁੰਦਾ ਕਿ ਜਿਹੜੇ ਨੁਕਸਾਨ ਸਾਡੇ ਤੱਤਾਂ ਤੋਂ ਇਲਾਵਾ ਸਾਡੇ ਹੋਰ ਜਿੱਦਾਂ ਸਾਡਾ ਵਾਤਾਵਰਨ ਆ ਉਹ ਬੜਾ ਪਲੀਤ ਹੋ ਰਿਹਾ। ਉਹਦੇ ਵਿੱਚ ਜਿਹੜੀਆਂ ਸਾਡੀਆਂ ਪਰਾਲੀ ਨੂੰ ਅੱਗ ਲਾਉਣ ਦੇ ਨਾਲ ਜਿਹੜੀਆਂ ਹਾਨੀਕਾਰਕ ਗੈਸਾਂ ਨੇ, ਜਿਵੇਂ ਕਾਰਬਨ ਮੋਨੋਆਕਸਾਈਡ ਆ ਜਾਂ ਕਾਰਬਨ ਡਾਈਆਕਸਾਈਡ ਆ, ਉਹ ਬਹੁਤ ਮਾਤਰਾ ਦੇ ਵਿੱਚ ਜਿਹੜੀਆਂ ਉਹ ਪੈਦਾ ਹੁੰਦੀਆਂ, ਤੇ ਜਿਹੜੀਆਂ ਸਾਨੂੰ ਜਿਹੜਾ ਸਾਹ ਲੈਣ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਆ। ਤੇ ਜਿਵੇਂ ਸਾਡਾ ਵਾਤਾਵਰਨ ਆ, ਜਿਵੇਂ ਕਿ ਸਾਨੂੰ ਹਰ ਸਾਲ ਪਤਾ ਲੱਗਦਾ ਕਿ ਜਿਹੜਾ ਧੂੰਆਂ ਵਾ ਉਹਦੇ ਨਾਲ ਇਹ ਸਾਡਾ ਦਿੱਲੀ ਵਾਲਾ ਪਾਰਟ ਜਿਹੜਾ ਉੱਧਰ ਨੂੰ ਜਦੋਂ ਜਾਂਦਾ ਤੇ ਸਾਡੀ ਵਿਜ਼ੀਬਿਲਟੀ ਵੀ ਘਟ ਜਾਂਦੀ ਆ, ਤੇ ਬਹੁਤ ਜ਼ਿਆਦਾ ਸਾਡਾ ਸਿਹਤ ਨੂੰ ਨੁਕਸਾਨ ਹੁੰਦਾ। ਤੇ ਜੇ ਅਸੀਂ ਇਹ ਪਰਾਲੀ ਨੂੰ ਅੱਗ ਲਾਉਣ ਤੋਂ ਜਿਹੜਾ ਉਹ ਬਚਾ ਲਈਏ ਤਾਂ ਇਹ ਸਾਡਾ ਜਿਹੜਾ ਵਾਤਾਵਰਨ ਆ ਬਿਲਕੁਲ ਸਹੀ ਹੋ ਸਕਦਾ, ਤੇ ਸਾਡੇ ਜਿਹੜੇ ਅਸੀਂ ਵਾਧੂ ਤੱਤ ਜਿਹੜੇ ਕਿਸਾਨ ਨੂੰ ਪਾਉਣੇ ਪੈ ਰਹੇ ਨੇ ਉਹਨਾਂ ਦਾ ਵੀ ਜਿਹੜਾ ਉਹ ਬਚਾਅ ਹੋ ਸਕਦਾ। ਹਾਂ, ਦੇਖੋ ਝੋਨੇ ਨੂੰ ਜੇ ਪਰਾਲੀ ਨੂੰ
ਅਸੀਂ ਜੇ ਅੱਗ ਲਾਉਂਦੇ ਆ ਤਾਂ ਉਹਦੇ ਨਾਲ ਸਾਡਾ ਨੁਕਸਾਨ ਸਿਹਤ ਪੱਖੋਂ ਵੀ, ਕਿਸਾਨ ਦਾ ਪਰਿਵਾਰ ਸਭ ਤੋਂ ਪਹਿਲਾਂ ਤਾਂ ਉਹਦੇ ਨਾਲ ਇਫੈਕਟ ਹੁੰਦਾ ਉਹਨੂੰ, ਫਿਰ ਪੂਰਾ ਵਾਤਾਵਰਨ ਜਿਹੜਾ ਖਰਾਬ ਹੁੰਦਾ ਤੇ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ। ਇਹ ਡਾਕਟਰ ਸਾਹਿਬ ਜਿਵੇਂ ਇਹ ਕੋਈ ਛੋਟੀ ਮੋਟੀ ਜਿਹੜੀ ਸਮੱਸਿਆ ਨਹੀਂ ਹੈਗੀ, ਪਰਾਲੀ ਦੀ ਸਮੱਸਿਆ ਨਵਦੀਪ ਜੀ ਬਹੁਤ ਵੱਡੀ ਸਮੱਸਿਆ। ਬਿਲਕੁਲ ਜੀ, ਬਿਲਕੁਲ। ਤੇ ਜੇ ਅਸੀਂ ਇਹਨੂੰ ਅੱਗ ਨਹੀਂ ਲਾਉਂਦੇ, ਹਰੇਕ ਕਿਸਾਨ ਜਿਹੜਾ ਉਹ ਸਮਝਦਾ ਕਿ ਮੈਂ ਇਹਨੂੰ ਵਾਹ ਨਹੀਂ ਸਕਦਾ, ਮੇਰੇ ਲਈ ਬਹੁਤ ਵੱਡਾ ਕੰਮ ਹੈ, ਤੇ ਇਹ ਪਰਾਲੀ ਸਾਂਭਣ ਦਾ ਹੋਰ ਕੀ ਹੱਲ ਹੋ ਸਕਦਾ, ਉਹਦੇ ਬਾਰੇ ਥੋੜ੍ਹਾ ਬਲਵਿੰਦਰ ਜੀ, ਜਿਸ ਤਰ੍ਹਾਂ ਅਸੀਂ ਨੁਕਸਾਨ ਤੇ ਫਾਇਦਿਆਂ ਦੀ ਗੱਲ ਕੀਤੀ ਆ, ਜੇ ਇੱਕ ਪੰਜਾਬ ਦੇ ਜਿੰਨੇ ਰਕਬੇ 'ਚ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ, ਜੇ ਉੱਤੇ ਪੰਛੀ ਝਾਤ ਮਾਰੀਏ ਜੀ, ਲਗਭਗ 28 ਲੱਖ ਹੈਕਟੇਅਰ 'ਚ ਅਸੀਂ ਝੋਨੇ ਦੀ ਬਿਜਾਈ ਕਰ ਰਹੇ ਹਾਂ, ਤੇ ਉਹ ਤੋਂ ਹਰ ਸਾਲ 200 ਲੱਖ ਟਨ ਤੋਂ ਵੀ ਜ਼ਿਆਦਾ ਜਿਹੜੀ ਪਰਾਲੀ ਆ ਪੈਦਾ ਹੁੰਦੀ ਆ। ਜਦੋਂ ਐਡੀ ਵੱਡੀ ਮਾਤਰਾ 'ਚ ਪਰਾਲੀ ਪੈਦਾ ਹੁੰਦੀ ਹੈ ਨਾ, ਵਾਕਿਆ ਕਿਸਾਨ ਲਈ ਇਹ ਬੜੀ ਇੱਕ ਵੱਡਾ ਸਮੱਸਿਆ ਬਣ ਜਾਂਦੀ ਵੀ ਮੈਂ ਇੰਨੀ ਪਰਾਲੀ ਦਾ ਕਰਾਂਗਾ ਕੀ। ਸੋ ਉਹਦੇ 'ਚ ਪਿਛਲੇ ਸਮੇਂ ਦੇ ਵਿੱਚ ਜਿਹੜੀ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਤੇ ਮਹਿਕਮਾ ਖੇਤੀਬਾੜੀ ਨੇ ਰਲ ਕੇ ਜਿਹੜੇ ਆ ਉਪਰਾਲੇ ਕੀਤੇ ਆ, ਤੇ ਉਹਦੇ 'ਚ ਇਸ ਦਾ ਮਸ਼ੀਨੀਕਰਨ ਜਿਹੜਾ ਮਸ਼ੀਨਾਂ ਦੇ ਰਾਹੀਂ ਜਿਹੜਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਆ। ਉਹਦੇ 'ਚ ਸਾਡੇ ਕੋਲ ਹੁਣ ਇਸ ਸਮੇਂ ਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਸਾਡੇ ਕੋਲ ਕਈ ਤਰੀਕੇ ਆ ਜਿਹਨਾਂ ਦੇ ਨਾਲ, ਜਿਸ ਤਰ੍ਹਾਂ ਡਾਕਟਰ ਸੁਰਜੀਤ ਸਿੰਘ ਹੁਣਾਂ ਨੇ ਦੱਸਿਆ ਵੀ ਜੇ ਅਸੀਂ ਇਹਨੂੰ ਮਿੱਟੀ 'ਚ ਮਿਲਾ ਲਈਏ ਇਸ ਪਰਾਲੀ ਨੂੰ, ਤੇ ਉਹਦੇ 'ਚ ਜਿਹੜੇ ਤੱਤ ਮੌਜੂਦ ਆ, ਜਿਹੜੇ ਅੱਗ ਦੇ ਕਰਕੇ ਨੁਕਸਾਨ ਜਿਹੜੇ ਆ ਉਹ ਹਵਾ 'ਚ ਉੱਡ ਜਾਂਦੇ ਆ, ਉਹ ਸਾਰੇ ਅਸੀਂ ਮਿੱਟੀ ਦੇ ਵਿੱਚ ਹੀ ਜਿਹੜੇ ਆ ਉਹ ਰੱਖ ਸਕਦੇ ਹਾਂ। ਤੇ ਜਿਹੜੇ ਆਪਾਂ ਆਰਗੈਨਿਕ ਕੈਮੀਕਲ ਆ, ਜਿਹੜੀਆਂ ਖਾਦਾਂ ਵਾ, ਉਹਨਾਂ ਦਾ ਅਸੀਂ ਵਰਤੋਂ ਘਟਾ ਸਕਦੇ ਹਾਂ। ਉਹਦੇ 'ਚ ਸਾਡੇ ਕੋਲ ਕਈ ਤਰ੍ਹਾਂ ਦੀਆਂ ਮਸ਼ੀਨਾਂ ਵਾ, ਜਿਹੜੀਆਂ ਅਸੀਂ ਜੇ ਸ਼ੁਰੂ ਕਰ ਲਈਏ, ਕੰਬਾਈਨ ਤੋਂ ਸ਼ੁਰੂ ਹੋ ਜਾਂਦੀਆਂ ਮਸ਼ੀਨਾਂ, ਉਸ ਤੋਂ ਬਾਅਦ ਜਿਹੜੀਆਂ ਅੱਗੇ ਕਣਕ ਬੀਜਣ ਲਈ ਅਲੱਗ ਮਸ਼ੀਨਾਂ ਵਾ, ਝੋਨੇ ਵਾਲੇ ਖੇਤਾਂ 'ਚ ਆਲੂ ਬੀਜਣ ਲਈ ਅਲੱਗ ਮਸ਼ੀਨਾਂ, ਇਹ ਅਲੱਗ-ਅਲੱਗ ਮਤਲਬ ਫਸਲਾਂ ਲਈ ਅਸੀਂ ਪਰਾਲੀ ਨੂੰ ਪ੍ਰਬੰਧਨ ਕਰਨ ਲਈ, ਜਿਹੜਾ ਉਹਦੀ ਸੁਚੱਜੀ ਸਾਂਭ ਸੰਭਾਲ ਲਈ, ਤਾਂ ਕਿ ਅੱਗ ਨਾ ਲਾਈ ਜਾ ਸਕੇ, ਤੇ ਜਿਹੜੀ 200 ਲੱਖ ਟਨ ਤੋਂ ਵੱਧ ਪਰਾਲੀ ਆ ਉਹਨੂੰ ਜਿਹੜਾ ਖੇਤਾਂ ਦੇ ਵਿੱਚ ਹੀ ਜਜ਼ਬ ਕੀਤਾ ਜਾਵੇ, ਜਾਂ ਉਹਨੂੰ ਗੰਢਾ ਬਣਾ ਕੇ ਕਿਤੇ ਹੋਰ ਲਿਜਾਇਆ ਜਾ ਸਕੇ। ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਮਸ਼ੀਨਾਂ, ਜੇ ਮੈਂ ਮੋਟੇ ਤੌਰ ਤੇ ਗੱਲ ਕਰਾਂ, ਜਿਹੜੀ ਸਾਡੀਆਂ ਕੰਬਾਈਨਾਂ ਤੋਂ ਇਹ ਮਸ਼ੀਨਾਂ ਸ਼ੁਰੂ ਹੋ ਜਾਂਦੀਆਂ ਜੀ। ਕੰਬਾਈਨ ਇੱਕ ਮਸ਼ੀਨ ਹੈ ਜਿਹਦੇ ਨਾਲ ਅਸੀਂ ਸਾਰੀ ਜਿਹੜੀ ਝੋਨੇ ਦੀ ਕਟਾਈ ਕਰਦੇ ਹਾਂ, ਪਰ ਉਹਦੇ ਨਾਲ ਇੱਕ ਪਿਛਲੇ ਸਮੇਂ ਦੇ ਵਿੱਚ ਮਹਿਕਮਾ ਖੇਤੀਬਾੜੀ ਵੱਲੋਂ ਇੱਕ ਜਿਹੜਾ ਸਿਸਟਮ ਨਾਲ ਜਿਹੜਾ ਉਹਦੇ ਫਿੱਟ ਕੀਤਾ ਗਿਆ ਕੰਬਾਈਨ ਦੇ ਪਿੱਛੇ, ਜਿਹਨੂੰ ਅਸੀਂ ਸੁਪਰ SMS ਸਿਸਟਮ ਕਹਿੰਦੇ ਆ। ਇਹ ਸੁਪਰ SMS ਸਿਸਟਮ ਕੀ ਕਰਦਾ ਵੀ ਜਿੰਨੀ ਪਰਾਲੀ ਲਗਭਗ ਕੰਬਾਈਨ ਜੇ 14 ਫੁੱਟ ਚੋਂ ਜਿਹੜਾ ਝੋਨੇ ਦੀ ਕਟਾਈ ਕਰ ਰਹੀ ਆ, ਉਨੇ ਏਰੀਆ ਦਾ ਜਿੰਨਾ ਮੱਲੜ ਜਾਂ ਜਿੰਨਾ ਪਰਾਲ ਹੁੰਦਾ, ਉਹ ਸਾਰੇ ਨੂੰ ਜਿਹੜਾ ਪਹਿਲਾਂ ਕੀ ਹੁੰਦਾ ਸੀ, ਪਰਾਲੀ ਜਿਹੜੀ ਆ ਲਾਈਨਾਂ ਦੇ ਵਿੱਚ ਖਿਲਾਰਦੀ ਜਾਂਦੀ ਸੀ ਕੰਬਾਈਨ। ਇਹ ਕੀ ਕਰਦੀ ਆ, ਹੁਣ ਜਿਹੜੀ ਪਰਾਲੀ ਦਾ ਫੂਸ ਹੁੰਦਾ ਜਿੰਨਾ, ਉਹਨੂੰ ਸਾਰੇ ਨੂੰ ਕੁਤਰਾ ਕਰਕੇ, ਟੁਕੜੇ ਕਰਕੇ, ਛੋਟੇ-ਛੋਟੇ ਟੁਕੜੇ ਕਰਕੇ ਲਗਭਗ 14 ਫੁੱਟ ਏਰੀਏ ਦੇ ਵਿੱਚ ਦੁਬਾਰਾ ਉਹਨੂੰ ਖਿਲਾਰ ਦਿੰਦੀ ਆ, ਤਾਂ ਕਿ ਇਕਸਾਰ ਖਿਲਾਰੀ ਜਾਂਦੀ ਹੈ ਪਰਾਲੀ। ਉਸ ਤੋਂ ਬਾਅਦ ਅਸੀਂ ਜਿਹੜੀਆਂ ਮਸ਼ੀਨਾਂ ਵਾ ਸਾਡੇ ਕੋਲ ਉਪਲਬਧ, ਜਾਂ ਤੇ ਅਸੀਂ ਹੈਪੀ ਸੀਡਰ ਦੇ ਨਾਲ ਕਣਕ ਦੀ ਬਿਜਾਈ ਕਰ ਸਕਦੇ ਹਾਂ, ਜਾਂ ਸੁਪਰ ਸੀਡਰ ਦੇ ਨਾਲ ਕਰ ਸਕਦੇ ਹਾਂ, ਜਾਂ ਜੇ ਆਲੂ ਬੀਜਣ ਵਾਲੇ ਜਿਹੜੇ ਸਾਡੇ ਜ਼ਿਮੀਂਦਾਰ ਆ, ਉਹ ਜਿਹੜੀਆਂ ਪਲਟਾਵੀਆਂ ਹਲਾਂ ਜਿਹੜੀਆਂ ਸਾਰੀ ਪਰਾਲੀ ਨੂੰ ਉਲਟਾ ਕੇ ਮਿੱਟੀ ਦੇ ਥੱਲੇ ਦੱਬ ਦਿੰਦੀਆਂ, ਉਹਦੇ ਨਾਲ ਵਰਤੋਂ ਕਰ ਸਕਦੇ ਆ। ਮਲਚਰ ਮਸ਼ੀਨਾਂ ਸਾਡੇ ਕੋਲ ਹੈਗੀਆਂ, ਜੇ ਅਸੀਂ ਪਰਾਲੀ ਨੂੰ ਗੰਢਾਂ ਬਣਾਉਣੀਆਂ ਵਾ। ਅੱਜ ਕੱਲ੍ਹ ਆਪਣੇ ਪੰਜਾਬ ਦੇ ਵਿੱਚ ਕਾਫੀ ਇਹੋ ਜਿਹੇ ਪਲਾਂਟ ਲੱਗੇ ਹੋਏ ਆ ਜਿਹੜੇ ਪਰਾਲੀ ਤੋਂ ਬਿਜਲੀ ਪੈਦਾ ਕਰਦੇ ਆ। ਅਸੀਂ ਜੇ ਉਹ ਪਰਾਲੀ ਦੀਆਂ ਗੰਢਾਂ ਬਣਾ ਕੇ ਜਿਹੜੀਆਂ ਜੇ ਅਸੀਂ ਉੱਥੇ ਲੈ ਕੇ ਜਾਂਦੇ ਆ, ਇੱਕ ਤੇ ਕਿਸਾਨ ਨੂੰ ਲਗਭਗ 1 ਏਕੜ 'ਚੋਂ ਜੇ ਅਸੀਂ ਮੋਟੇ ਤੌਰ 'ਤੇ ਹਿਸਾਬ ਲਾਈਏ, ਔਨ ਐਨ ਐਵਰੇਜ ਜਿਹੜਾ 30 ਤੋਂ 40 ਕੁਇੰਟਲ ਪਰਾਲੀ ਪੈਦਾ ਹੁੰਦੀ ਆ ਜੀ। ਉਹ ਸਾਰੀ ਪਰਾਲੀ ਜਿਹੜੀ ਆ ਉਹ ਸਾਡੀ ਲਗਭਗ 125 ਰੁਪਏ ਕੁਇੰਟਲ ਜਿਹੜੀ ਪਰਾਲੀ ਸਾਡੀ ਵਿਕ ਜਾਂਦੀ ਆ। ਇੱਕ ਤਾਂ ਖੇਤ 'ਚੋਂ ਪਰਾਲੀ ਵੀ ਖਾਲੀ ਹੋ ਜਾਂਦੀ ਆ, ਤੇ ਇੱਕ ਸਾਨੂੰ ਆਮਦਨੀ ਵੀ ਉਸ ਤੋਂ ਹੋ ਜਾਂਦੀ ਆ। ਇਹ ਸਾਰੇ ਕਈ ਤਰੀਕੇ ਜਿਹਨਾਂ ਨਾਲ ਅਸੀਂ ਕਰ ਸਕਦੇ ਹਾਂ। ਨਵਦੀਪ ਜੀ, ਕਈ ਵਾਰੀ ਕਿਸਾਨ ਜਿਹੜਾ ਕਿਸਾਨੀ 'ਚ ਵੀ ਛੋਟੇ ਤੇ ਵੱਡੇ ਕਿਸਾਨ ਦੀ ਅਸੀਂ ਗੱਲ ਕਰਦੇ ਹਾਂ। ਇਹ ਤੋਂ ਪਹਿਲਾਂ ਕਿ ਮੈਂ ਅਗਲੇ ਸਵਾਲ ਵੱਲ ਤੁਹਾਡੇ ਕੋਲ ਆਵਾਂ, ਸਾਡੇ ਇੱਕ ਦਰਸ਼ਕ ਫੋਨ ਲਾਈਨ ਤੇ ਸਾਡੇ ਨਾਲ ਜੁੜੇ ਨੇ, ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਗੁਰਮੇਲ ਸਿੰਘ ਜੀ। ਹਾਂ, ਤੁਸੀਂ ਆਪਣਾ ਸਵਾਲ ਪੁੱਛੋ ਜੀ। ਮੈਂ ਇਹ ਕਹਿਣਾ ਚਾਹੁੰਦਾ ਕਿ ਖੇਤੀ ਬੜੇ ਤੋਂ ਬਣਾਇਆ ਜੀ, ਦੇਸ਼ ਦੀ ਪਾਰਲੀਮੈਂਟ ਨੇ ਬਣਾਏ ਨੇ। ਇਹ ਆਪਣਾ ਸਵਾਲ ਜਾਰੀ ਰੱਖੋ ਗੁਰਮੇਲ ਸਿੰਘ ਜੀ। ਜਿਹੜਾ ਕਿਸਾਨਾਂ ਨਾਲ ਵਾਅਦਾ ਕੀਤਾ ਹੋਇਆ ਕਿ ਉਹਨਾਂ ਦੀ ਆਮਦਨ ਨੂੰ ਦੁੱਗਣਾ ਕਰਨਗੇ, ਤੁਸੀਂ ਆਪਣੀ ਟੀਵੀ ਸੈੱਟ ਦੀ ਜਿਹੜੀ ਆਵਾਜ਼ ਬਿਲਕੁਲ ਘੱਟ ਕਰਕੇ ਸਾਡੇ ਨਾਲ ਗੱਲ ਕਰ ਸਕਦੇ ਹੋ। ਸਰਕਾਰ ਜਿਹੜੀ ਕਿ ਪਿਛਲੇ 3.5 ਸਾਲਾਂ 'ਚ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ, ਉਹਨਾਂ ਨੂੰ ਪੂਰਾ ਨਹੀਂ ਕਰ ਪਾਈ। ਜਿਵੇਂ ਤੁਸੀਂ ਮੈਂ ਗੱਲ ਹੀ ਕਰ ਰਿਹਾ ਸੀ ਕਿ ਜਿਹੜੇ ਕਿਸਾਨ ਨੇ ਉਹ ਵੱਡੇ ਵੀ ਕਿਸਾਨ ਨੇ, ਜਿਨ੍ਹਾਂ ਕੋਲ ਜ਼ਿਆਦਾ ਜ਼ਮੀਨ ਹੈ, ਛੋਟੇ ਕਿਸਾਨ ਆਉਂਦੇ, ਉਹ ਸਮਝਦੇ ਆ ਵੀ ਇਹ ਸਾਡੇ ਲਈ ਬੜਾ ਸਿਰਦਰਦੀ ਵਾਲਾ ਜਿਹੜਾ ਪਰਾਲੀ ਆ ਨਾ, ਇਹ ਬੜਾ ਸਿਰਦਰਦੀ ਵਾਲਾ ਕੰਮ ਹੈ। ਅੱਗ ਲਾਈ ਤੇ ਛੇਤੀ ਵਿਹਲੇ ਹੋਏ। ਇੱਕ ਤਾਂ ਤੁਸੀਂ ਜਿਹੜਾ ਇਹ ਦੱਸਿਆ ਕਿ ਇਹਦੇ ਤੋਂ ਕਿਸਾਨ ਨੂੰ ਜਿਹੜੀ ਆਮਦਨ ਵੀ ਹੋ ਸਕਦੀ ਹੈ। ਬਿਲਕੁਲ ਜੀ। ਦੂਜਾ ਇਹ ਆ ਵੀ ਇਹ ਜੇ ਕਿਸਾਨ ਨੇ ਇਹਦਾ ਹੱਲ ਲੱਭਣਾ ਤੇ ਤੁਹਾਡਾ ਪੰਜਾਬ ਸਰਕਾਰ
ਜਾਂ ਸੈਂਟਰ ਸਰਕਾਰ ਇਹਦੇ 'ਚ ਕੀ ਮਦਦ ਕਿਸਾਨਾਂ ਦੀ ਕਰਦੀ ਆ, ਉਹਨਾਂ ਨੂੰ ਕੀ ਦੱਸਿਆ ਜਾਂਦਾ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਬਿਲਕੁਲ ਜੀ, ਸਾਡੇ ਕੋਲ ਜੇ ਅਸੀਂ ਪੰਜਾਬ ਦਾ ਦੇਖੀਏ, ਉਹਦੇ 'ਚ ਛੋਟੇ ਕਿਸਾਨਾਂ ਦੀ ਗਿਣਤੀ ਬਹੁਤ ਜ਼ਿਆਦਾ, ਛੋਟੇ ਤੇ ਜਿਹੜੇ ਦਰਮਿਆਨੇ ਕਿਸਾਨ ਆ ਉਹਨਾਂ ਦੀ ਗਿਣਤੀ ਜ਼ਿਆਦਾ। ਉਹਨਾਂ ਨੂੰ ਅਸੀਂ ਜਦੋਂ ਦੇਖਦੇ ਹਾਂ ਵੀ ਇੰਨੀਆਂ ਮਹਿੰਗੀਆਂ ਮਸ਼ੀਨਾਂ ਜਿਹੜੀਆਂ ਪਰਾਲੀ ਦੀ ਸਾਂਭ ਸੰਭਾਲ ਲਈ ਆ, ਉਹਨਾਂ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਇੱਕ ਛੋਟਾ ਜ਼ਿਮੀਂਦਾਰ ਆ, ਨਾ ਹੀ ਉਹਨੂੰ ਅਸੀਂ ਰਿਕਮੈਂਡ ਕਰੀਦਾ ਵੀ ਤੁਸੀਂ ਮਸ਼ੀਨ ਖਰੀਦੋ, ਕਿਉਂਕਿ ਉਹਦੇ ਲਈ ਇਹ ਵਾਇਬਲ ਨਹੀਂ ਹੈਗੀ ਮਸ਼ੀਨ ਖਰੀਦਣੀ। ਸੋ ਉਹਨਾਂ ਦੇ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਬੜੀ ਪਹਿਲ ਕਦਮੀ ਕੀਤੀ ਗਈ ਆ ਵੀ ਜੇ ਕਿਸਾਨ ਮਸ਼ੀਨ ਵਰਤਣੀ ਵੀ ਚਾਹੁੰਦਾ, ਉਹ ਇੱਕ ਗਰੁੱਪ ਬਣਾ ਸਕਦਾ ਆਪਣਾ, ਉਹਦੇ 'ਚ 7 ਤੋਂ 8 ਜ਼ਿਮੀਂਦਾਰ ਜੇ ਇਕੱਠੇ ਹੋ ਕੇ ਸਾਡੇ ਕੋਲ ਆਉਂਦੇ ਆ, ਇੱਕ ਤੇ ਗਰੁੱਪ ਨੂੰ ਅਸੀਂ ਸਬਸਿਡੀ ਵੱਧ ਦੇਈਦੀ ਆ, ਗਰੁੱਪ ਨੂੰ ਅਸੀਂ 80% ਸਬਸਿਡੀ ਦੇ ਰਹੇ ਹਾਂ ਜਿਹੜੀ ਵੀ ਮਸ਼ੀਨਰੀ ਆ, ਤੇ ਜੇ ਕੋਈ ਇਕੱਲਾ ਲੈਣਾ ਚਾਹੁੰਦਾ ਉਹਨੂੰ ਅਸੀਂ ਡਿਸਕਰੇਜ ਕਰੀਦਾ, ਉਹਨੂੰ ਮਤਲਬ 50% ਸਬਸਿਡੀ ਦੇਈਦੀ ਆ, ਤਾਂ ਕਿ ਉਹ ਜ਼ਿਮੀਂਦਾਰ ਉਸ ਪਾਸੇ ਨੂੰ ਨਾ ਜਾਵੇ, ਇਕੱਠੇ ਹੋ ਕੇ ਗਰੁੱਪ ਬਣਾ ਕੇ ਸਾਡੇ ਕੋਲ ਆਉਣ। ਦੇਖੋ ਜੇ ਅਸੀਂ 80% ਸਬਸਿਡੀ ਦਿੰਦੇ ਆ, ਮਤਲਬ 100 ਰੁਪਏ ਦੀ ਚੀਜ਼ ਆ, ਇੱਕ ਮੈਂ ਐਗਜ਼ਾਮਪਲ ਤੁਹਾਨੂੰ ਦਿੰਦਾ, 100 ਰੁਪਏ ਦੀ ਚੀਜ਼ 'ਚੋਂ 80 ਰੁਪਏ ਸਬਸਿਡੀ ਚੱਲ ਜਾਣੀ ਤੇ 20 ਰੁਪਏ ਉਹਨੂੰ ਜੇਬ 'ਚ ਲਾਉਣੇ ਪੈਣੇ ਆ। ਉਹ 20 ਰੁਪਏ ਵੀ ਜਿਹੜੇ ਅੱਗੇ 8 ਬੰਦਿਆਂ 'ਚ ਜੇ ਵੰਡੇ ਜਾਣ ਤੇ ਇਹ 2.5 ਰੁਪਏ ਆਉਂਦੇ ਇੱਕ ਜ਼ਿਮੀਂਦਾਰ ਨੂੰ, ਤੇ 2.5 ਰੁਪਏ ਦੇ ਵਿੱਚ ਜੇ ਅਸੀਂ 100 ਰੁਪਏ ਦੀ ਮਸ਼ੀਨ ਨਾਲ ਕੰਮ ਕਰ ਲਈਏ, ਮੇਰੇ ਖਿਆਲ ਨਾਲ ਇਸ ਤੋਂ ਵਧੀਆ ਕੋਈ ਹੋਰ ਤਰੀਕਾ ਨਹੀਂ ਹੋ ਸਕਦਾ। ਉਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਵਿੱਚ ਜਿੰਨੀਆਂ ਵੀ ਕੋਆਪਰੇਟਿਵ ਸੁਸਾਇਟੀਆਂ ਤੁਹਾਡੇ ਬਣੀਆਂ, ਅਸੀਂ ਉਹਨਾਂ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਜਿਹੜੀ ਮਸ਼ੀਨਰੀ ਦੇ ਰਹੇ ਹਾਂ ਜੀ। ਇਸ ਵਾਰ ਇੱਕ ਨਵਾਂ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ, ਇਹ ਸਾਰੇ ਜਿਹੜੇ ਇਹਦੇ ਪਿਛਲੇ ਸਾਲਾਂ 'ਚ ਵੀ ਅਸੀਂ ਦਿੱਤੀਆਂ, ਐਤਕੀ ਅਸੀਂ ਪੰਚਾਇਤਾਂ ਨੂੰ, ਪਿੰਡ ਦੀ ਪੰਚਾਇਤ ਜਿਹੜੀ ਆ ਉਹਨਾਂ ਨੂੰ ਮਸ਼ੀਨਾਂ ਦਿੱਤੀਆਂ, ਤਾਂ ਕਿ ਪਿੰਡ ਦੇ ਵਿੱਚ ਪੰਚਾਇਤ ਜਿਹੜੀ ਆ ਉਹ ਆਪ ਹਮਲਾ ਮਾਰੇ ਤੇ ਪਿੰਡ ਦਾ ਜਿੰਨਾ ਰਕਬਾ ਉਸ ਹਿਸਾਬ ਨਾਲ ਭਾਵੇਂ 1 ਮਸ਼ੀਨ ਲੈ ਲੇ, ਭਾਵੇਂ 2 ਮਸ਼ੀਨਾਂ ਲੈ ਲੇ, ਤਾਂ ਕਿ ਉਹਦੇ 'ਚ ਛੋਟੇ ਕਿਸਾਨਾਂ ਨੂੰ ਜਿਹੜੀ ਵੀ ਮਸ਼ੀਨ ਮਿਲ ਸਕੇ, ਤੇ ਜਿਹੜੇ ਅੱਗ ਦੀ ਪ੍ਰੋਬਲਮ ਆ ਉਹਨੂੰ ਪਿੰਡ ਪੱਧਰ ਤੇ ਜਿਹੜਾ ਵਾ ਠੱਲ ਪਾਈ ਜਾ ਸਕੇ ਜੀ। ਇਸ ਤਰੀਕੇ ਨਾਲ ਜਿਹੜੇ ਆ ਅਸੀਂ ਮਤਲਬ ਉਪਰਾਲੇ ਕੀਤੇ ਜਾ ਰਹੇ ਆ। ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਪਿਛਲੇ ਸਾਲਾਂ ਦੇ ਵਿੱਚ ਜੇ ਪੰਜਾਬ 'ਚ ਵੀ ਦੇਖਿਆ ਜਾਵੇ, ਲਗਭਗ 51,000 ਮਸ਼ੀਨਾਂ ਜਿਹੜੀਆਂ ਪਿਛਲੇ 2 ਸਾਲਾਂ 'ਚ ਦਿੱਤੀਆਂ ਗਈਆਂ, ਜਿਹੜੀਆਂ ਪਰਾਲੀ ਦੇ ਨਾਲ ਹੀ ਸਿਰਫ ਲਿੰਕਡ ਸੀ, ਜਿਹਦੇ ਨਾਲ ਅਸੀਂ ਪਰਾਲੀ ਨੂੰ ਮੈਨੇਜ ਕਰਨਾ ਸੀ। ਤੇ ਇਸ ਸਾਲ ਜਿਹੜੇ ਸਾਡੇ ਪੰਜਾਬ ਸਰਕਾਰ ਦਾ ਜਿਹੜਾ ਟਾਰਗੇਟ ਹੈਗਾ, ਉਹ ਲਗਭਗ 23,500 ਮਸ਼ੀਨਾਂ ਅਸੀਂ ਹੋਰ ਦੇ ਰਹੇ ਹਾਂ ਇਸ ਸਾਲ। ਤੇ ਜਿਹਦਾ ਪ੍ਰੋਸੈਸ ਜਿਹੜਾ ਚੱਲ ਰਿਹਾ, ਜਿਹੜੇ ਅਸੀਂ ਕੁਝ ਕਿਸਾਨਾਂ ਨੂੰ ਜਿਹੜੀ ਹੈ ਚੋਣ ਕਰ ਲਈ, ਉਹਨਾਂ ਨੂੰ ਅਸੀਂ ਦੇਤੇ, ਆਰਡਰ ਦੇਤੇ, ਉਹ ਮਸ਼ੀਨਾਂ ਖਰੀਦ ਰਹੇ ਆ, ਕੁਝ ਨੂੰ ਆਉਣ ਵਾਲੇ ਸਮੇਂ 'ਚ ਦੇ ਰਹੇ ਹਾਂ ਜੀ। ਡਾਕਟਰ ਸਰਜੀਤ ਸਿੰਘ ਜੀ, ਜਿਵੇਂ ਇਹਨਾਂ ਨੇ ਮਸ਼ੀਨਰੀ ਦੀ ਗੱਲ ਕੀਤੀ ਕਿ ਜੇ ਗਰੁੱਪ 'ਚ ਮਸ਼ੀਨਾਂ ਜਿਹੜੀਆਂ ਵੰਡੀਆਂ ਜਾਂਦੀਆਂ, ਉਹਦੇ ਨਾਲ ਇੱਕ ਤਾਂ ਕਿਸਾਨ ਜ਼ਿਆਦਾ ਜੁੜਦੇ ਆ, ਬਿਲਕੁਲ, ਤੇ ਉਹ ਵਾਰੀ-ਵਾਰੀ ਆਪਣੇ ਜਿਹੜੀ ਆ ਉਹ ਪਰਾਲੀ ਦੀ ਸਾਂਭ ਵੀ ਕਰ ਸਕਦੇ ਆ ਔਰ ਉਹ ਫਾਇਦਾ ਵੀ ਲੈ ਸਕਦੇ ਆ। ਦੂਜਾ ਇਹ ਹੈ ਕਿ ਜਿਵੇਂ ਇਹਨਾਂ ਨੇ ਕਿਹਾ ਵੀ ਸਬਸਿਡੀ ਵੀ ਦਿੱਤੀ ਜਾਂਦੀ ਆ, ਤੇ ਕਿਸਾਨਾਂ ਨੂੰ ਅਵੇਅਰ ਕਰਨ ਦੀ ਜਦੋਂ ਗੱਲ ਕਰਦੇ ਆ, ਪਿੰਡਾਂ 'ਚ ਤੁਹਾਡਾ ਸਿੱਧਾ ਖੇਤੀਬਾੜੀ ਵਿਭਾਗ ਹੈ ਤੇ ਕਿਸਾਨਾਂ ਨਾਲ ਸਿੱਧੀ ਪਹੁੰਚ ਤੁਸੀਂ ਕਰਦੇ ਹੋ, ਬਿਲਕੁਲ ਜੀ, ਕਿੱਦਾਂ ਦਾ ਰਿਸਪੌਂਸ ਕਿਸਾਨਾਂ ਵੱਲੋਂ ਮਿਲਦਾ ਇਹਨਾਂ ਇਸ ਨਵੀਂ ਮਸ਼ੀਨ? ਬਲਵਿੰਦਰ ਜੀ, ਜਿਵੇਂ ਕਿ ਪਹਿਲਾਂ ਇਹ ਕੋਵਿਡ ਤੋਂ ਪਹਿਲਾਂ ਜਿਹੜਾ ਸਾਡਾ ਡਿਪਾਰਟਮੈਂਟ ਸੀ, ਅਸੀਂ ਵੱਖ-ਵੱਖ ਪਿੰਡਾਂ ਵਿੱਚ ਪਿੰਡ ਲੈਵਲ ਦੇ, ਫਿਰ ਬਲਾਕ ਲੈਵਲ ਦੇ, ਫਿਰ ਜ਼ਿਲ੍ਹਾ ਲੈਵਲ ਦੇ ਕੈਂਪ ਲਾ ਕੇ ਤੇ ਕਿਸਾਨਾਂ ਨੂੰ ਜਿਹੜਾ ਇਹਦੇ ਬਾਰੇ ਜਾਣਕਾਰੀ ਦੱਸਦੇ ਸੀ ਕਿ ਪਰਾਲੀ ਨੂੰ ਜਿਹੜੇ ਸਾੜਨ ਦੇ ਕੀ ਨੁਕਸਾਨ ਨੇ ਤੇ ਉਹਨਾਂ ਨੂੰ ਕਿਵੇਂ ਆਪਾਂ ਸਾਂਭਣਾ ਤੇ ਕੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ। ਹੁਣ ਕਿਉਂਕਿ ਸਾਡਾ ਇੱਕ ਇਕੱਠ ਦੇ ਉੱਤੇ ਜਿਹੜੀ ਆ ਪਾਬੰਦੀ ਲੱਗੀ ਹੋਈ ਆ, ਤੇ ਹੁਣ ਅਸੀਂ ਬਲਵਿੰਦਰ ਜੀ ਸਾਰੇ ਜਿੰਨੇ ਸਾਡੇ ਬਲਾਕ ਨੇ ਉਹਨਾਂ ਵਿੱਚ ਅਸੀਂ ਕਿਸਾਨਾਂ ਦੇ WhatsApp ਗਰੁੱਪ ਬਣਾਏ ਹੋਏ ਆ। ਉਹਨਾਂ ਗਰੁੱਪ ਦੇ ਤਹਿਤ ਅਸੀਂ ਜਿਹੜੇ ਸਾਰੇ ਕਿਸਾਨਾਂ ਨੂੰ ਜਾਣਕਾਰੀ ਜਿਹੜੀ ਆ ਨਾਲੋਂ ਨਾਲ ਭੇਜ ਰਹੇ ਆ। ਤੇ ਉਸ ਤੋਂ ਇਲਾਵਾ ਅਸੀਂ ਕੁਛ ਜਿੱਦਾਂ ਵੈਬਨਾਰ ਤੇ ਮੀਟਿੰਗਸ ਜਿਹੜੀਆਂ ਨੇ ਅਸੀਂ ਡਿਸਟ੍ਰਿਕਟ ਲੈਵਲ ਤੇ ਜਿਹੜੀਆਂ ਕਰਦੇ ਆ, ਤੇ ਉਹਦੇ ਨਾਲ ਜਿਹੜੇ ਕਿਸਾਨਾਂ ਨੂੰ ਵੱਧ ਤੋਂ ਵੱਧ ਜੋੜ ਕੇ ਤੇ ਅਸੀਂ ਜਿਹੜੀ ਵੀ ਸਾਡੀ ਤਕਨੀਕੀ ਜਾਣਕਾਰੀ ਆ ਉਹ ਉਹਨਾਂ ਨੂੰ ਨਾਲ ਦੀ ਨਾਲ ਦੇ ਰਹੇ ਆ। ਤੇ ਕੁਛ ਕਿਸਾਨ ਜਿਹੜੇ ਸਾਡੇ ਕੋਲ ਦਫ਼ਤਰਾਂ ਵਿੱਚ ਆਪਣੇ ਲੈਵਲ ਤੇ ਪਹੁੰਚ ਕਰਦੇ ਨੇ, ਜਾਂ ਉਹਨਾਂ ਨੂੰ ਵੀ ਅਸੀਂ ਨਾਲ ਦੀ ਨਾਲ ਅਖਬਾਰਾਂ ਰਾਹੀਂ, TV ਰਾਹੀਂ ਜਾਂ ਹੋਰ ਵੀ ਜਿਹੜਾ ਮੀਡੀਆ ਉਹਦੇ ਰਾਹੀਂ ਜਿਹੜੀ ਜਾਣਕਾਰੀ ਆ ਨਾਲੋਂ ਨਾਲ ਪਹੁੰਚਾ ਰਹੇ ਹਾਂ ਜੀ। ਇਹ ਤੋਂ ਪਹਿਲਾਂ ਕਿ ਮੈਂ ਅਗਲਾ ਸਵਾਲ ਤੁਹਾਡੇ ਤੋਂ ਪੁੱਛਾਂ, ਇੱਕ ਹੋਰ ਦਰਸ਼ਕ ਸਾਡੇ ਨਾਲ, ਕਿਸਾਨ ਵੀਰ ਸਾਡੇ ਨਾਲ ਜੁੜੇ ਆ। ਹੈਲੋ ਹਾਂਜੀ, ਰੇਸ਼ਮ ਛਾਬੜਾ ਬੋਲਦਾ ਸੀ ਜੀ, ਫਾਜ਼ਿਲਕਾ ਤੋਂ। ਹਾਂਜੀ ਰੇਸ਼ਮ ਛਾਬੜਾ ਜੀ, ਬਹੁਤ ਬਹੁਤ ਸਵਾਗਤ ਹੈ, ਆਪਣਾ ਸਵਾਲ ਪੁੱਛੋ ਜੀ। ਸਰ, ਜਿਹੜੀ ਪਰਾਲੀ ਸਾੜਨ ਵਾਸਤੇ ਨਾ 100 ਰੁਪਇਆ ਕੁਆਂਟਲ ਘੱਟੋ ਘੱਟ ਝੋਨੇ ਦਾ ਬੋਨਸ ਦਿੱਤਾ ਜਾਵੇ, 50 ਰੁਪਏ ਸਟੇਟ ਭਰੇ, 50 ਰੁਪਏ ਸੈਂਟਰ ਸਰਕਾਰ ਭਰੇ, ਤੇ ਫਿਰ ਇਹਦਾ ਹੱਲ ਜ਼ਿਮੀਂਦਾਰ ਮਤਲਬ ਜ਼ਿਮੀਂਦਾਰ ਇਸ ਪਾਸੇ ਉਤਸ਼ਾਹਿਤ ਹੋਏਗਾ। ਨਹੀਂ ਤਾਂ ਉਹਦੀ ਬਜਾਈ ਰਹਿ ਜਾਂਦੀ ਹੈ ਜੇ ਨਹੀਂ ਸਾੜਦਾ ਉਹ ਤਾਂ। ਤੇ ਦੇਖੋ ਜੀ, ਇਹਨਾਂ ਨੇ ਕਿਸਾਨ ਨੂੰ ਸਬਸਿਡੀ ਦੀ ਗੱਲ ਕੀਤੀ ਹੈ, ਹਾਂਜੀ, ਉਹਦੇ ਬਾਰੇ ਤੁਸੀਂ ਜ਼ਰੂਰ ਛਾਬੜਾ ਜੀ, ਬਹੁਤ ਵਧੀਆ ਤੁਹਾਡਾ ਸਵਾਲ ਹੈ ਜੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ 100 ਰੁਪਏ ਕੁਇੰਟਲ ਦੀ ਤੁਹਾਨੂੰ ਮਿਲਣਾ ਚਾਹੀਦਾ, ਇਹਦੇ 'ਚ ਸਪੋਰਟ ਮਿਲਣੀ ਚਾਹੀਦੀ ਆ।
ਜੇ ਦੇਖਿਆ ਜਾਵੇ ਤੇ ਜਿਹੜੀ ਅਸੀਂ ਸਬਸਿਡੀ ਦੇ ਰਹੇ ਹਾਂ ਇਹ ਵੀ ਤੁਹਾਨੂੰ ਸਪੋਰਟ ਹੀ ਦੇ ਰਹੇ ਹਾਂ। ਇਹਦੇ 'ਚ ਜੇਕਰ ਤੁਸੀਂ ਹੱਲ ਤੇ ਮਸ਼ੀਨ ਨੇ ਹੀ ਕਰਨਾ ਪਰਾਲੀ ਦਾ, ਇਕੱਲੇ ਪੈਸੇ ਨੇ ਹੱਲ ਨਹੀਂ ਕਰਨਾ। ਜਿੰਨੀ ਚਿਰ ਤੁਹਾਡੇ ਕੋਲ ਮਸ਼ੀਨਰੀ ਨਾ ਉਪਲਬਧ ਹੋਏਗੀ ਉਨੀ ਚਿਰ ਤੁਸੀਂ ਪਰਾਲੀ ਦਾ ਪ੍ਰਬੰਧਨ ਨਹੀਂ ਕਰ ਸਕਦੇ। ਸੋ ਇਸ ਕਰਕੇ ਛਾਬੜਾ ਜੀ ਕੋਸ਼ਿਸ਼ ਕਰੀਏ ਵੀ ਜਿਹੜੀ ਸਰਕਾਰ ਵੱਲੋਂ ਸਕੀਮ ਚਲਾਈ ਜਾ ਰਹੀ ਹੈ ਇਹਦਾ ਫਾਇਦਾ ਲਿਆ ਜਾਵੇ। ਜੇ ਮਸ਼ੀਨਰੀ ਤੁਸੀਂ ਖੁਦ ਲਈ ਹੋਈ ਹੈ ਬਹੁਤ ਵਧੀਆ ਗੱਲ ਆ, ਆਪ ਵੀ ਵਰਤੋ ਤੇ ਜਿਹੜੇ ਛੋਟੇ ਜ਼ਿਮੀਂਦਾਰ ਆ ਉਹਨਾਂ ਨੂੰ ਵੀ ਜਿਹੜੀ ਹੈ ਇਹ ਮੁਹੱਈਆ ਕਰਵਾਓ, ਤਾਂ ਕਿ ਜਿਹੜਾ ਤੁਹਾਡਾ ਏਰੀਆ, ਜਿਹੜਾ ਤੁਹਾਡੇ ਪਿੰਡ 'ਚ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਉੱਥੇ ਇਸ ਸਮੱਸਿਆ ਨੂੰ ਠੱਲ ਪਾਈ ਜਾ ਸਕੇ। ਤੇ ਰਹੀ ਗੱਲ ਜਿਹੜੀ ਅਸੀਂ ਫਾਈਨੈਂਸ਼ੀਅਲ ਏਡ ਜਿਹੜੀ 100 ਰੁਪਏ ਦੀ ਗੱਲ ਕਰ ਰਹੇ ਹਾਂ, ਉਹ ਕਿਸੇ ਨਾ ਕਿਸੇ ਤਰੀਕੇ ਅਸੀਂ ਸਬਸਿਡੀ ਦੇ ਰੂਪ 'ਚ ਤੁਹਾਨੂੰ ਦੇ ਰਹੇ ਹਾਂ। ਸੋ ਇਹ ਛੋਟੇ ਛੋਟੇ ਉਪਰਾਲੇ ਜੇ ਤੁਹਾਡਾ ਸਹਿਯੋਗ ਰਹੂਗਾ ਤਾਂ ਹੀ ਇਸ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ। ਤੁਹਾਡੇ ਸਹਿਯੋਗ ਤੋਂ ਬਿਨਾਂ ਇਹਦਾ ਹੱਲ ਨਹੀਂ ਲੱਭਿਆ ਜਾ ਸਕਦਾ। ਡਾਕਟਰ ਸਾਹਿਬ, ਕੁਝ ਸਮੇਂ ਤੋਂ ਇਹ ਜਿਹੜੀ ਪਰਾਲੀ ਦੀ ਸਮੱਸਿਆ ਜ਼ਿਆਦਾ ਵਧੀ ਹੈ, ਪਹਿਲਾਂ ਘੱਟ ਸੀ, ਹੁਣ ਕੁਝ ਸਮੇਂ ਤੋਂ, ਕੁਝ ਸਾਲਾਂ ਤੋਂ ਜਿਹੜੀ ਆ ਇਹ ਸਮੱਸਿਆ ਜਿਹੜੀ ਜ਼ਿਆਦਾ ਹੋ ਗਈ। ਇਹ ਕਿਸਾਨ ਜਿਹੜੇ ਆ ਕਿੰਨਾ ਕੁ ਰਿਸਪੌਂਸ ਕਰਦੇ ਆ, ਕਿੰਨਾ ਕੁ ਮਤਲਬ ਤੁਹਾਡੇ ਡਿਪਾਰਟਮੈਂਟ ਨੂੰ ਜਾਂ ਸਰਕਾਰ ਨੂੰ ਕਟਾਈ ਦੇ ਦੌਰਾਨ ਬਹੁਤ ਸਾਰੀਆਂ ਟੀਮਾਂ ਸਰਕਾਰ ਭੇਜਦੀ ਆ, ਕਿਸਾਨਾਂ ਨਾਲ ਗੱਲਬਾਤ ਵੀ ਕਰਦੀ ਆ, ਪਰ ਇਹ ਸਮੱਸਿਆ ਕਿਤੇ ਨਾ ਕਿਤੇ ਹਾਲੇ ਬਣੀ ਹੋਈ ਹੈ। ਇਹਦਾ ਕਾਰਨ ਕੀ ਹੈ? ਬਲਵਿੰਦਰ ਜੀ, ਕਾਰਨ ਜਿਹੜਾ ਵੱਡਾ ਹੈ ਕਿ ਤੁਸੀਂ ਪੁਰਾਣੇ ਸਮੇਂ 'ਚ ਆਪਾਂ ਦੇਖਦੇ ਸੀ ਕਿ ਜਿਹੜੀ ਸਾਡੀ ਝੋਨੇ ਦੀ ਕਟਾਈ ਸੀ ਉਹ ਹੱਥਾਂ ਨਾਲ ਹੁੰਦੀ ਸੀ ਤੇ ਉਹਨਾਂ ਦਿਨਾਂ ਵਿੱਚ ਜਿਹੜਾ ਸਾਡੀ ਪਰਾਲੀ ਸੀ ਉਹਨੂੰ ਅਸੀਂ ਸਾਰੀ ਨੂੰ ਬਾਹਰ ਕੱਢ ਲੈਂਦੇ ਸੀ, ਜਿਹੜੀ ਅਸੀਂ ਪਸ਼ੂਆਂ ਦੇ ਚਾਰੇ ਵਿੱਚ ਜਾਂ ਅਸੀਂ ਹੋਰ ਕਿਸੇ ਤਰ੍ਹਾਂ ਕਿਸੇ ਪਸ਼ੂਆਂ ਨੂੰ ਢਾਰਿਆਂ ਵਿੱਚ ਜਾਂ ਆਪਾਂ ਉਹਨਾਂ ਨੂੰ ਵਰਤ ਕੇ ਤੇ ਸਾਡਾ ਉਹਦਾ ਫਾਇਦਾ ਹੋ ਜਾਂਦਾ ਸੀਗਾ। ਜਿਉਂ-ਜਿਉਂ ਸਾਡੇ ਮਸ਼ੀਨੀਕਰਨ ਹੋਇਆ, ਕੰਬਾਈਨਾਂ ਆ ਗਈਆਂ, ਸਾਡੇ ਹੋਰ ਹਾਰਵੈਸਟਰ ਆ ਗਏ, ਉਹਨਾਂ ਦੇ ਨਾਲ ਜਿਹੜੀ ਸਾਡੀ ਅਸੀਂ ਉੱਪਰਲਾ ਪਾਰਟ ਜਿਹੜਾ ਸਾਡਾ ਝੋਨੇ ਦਾ ਜਿੱਥੋਂ ਅਸੀਂ ਦਾਣੇ ਆ ਉਹ ਤਾਂ ਅਸੀਂ ਕੱਢ ਲਏ, ਔਰ ਪਰਾਲੀ ਸਾਡੀ ਜਿਹੜੀ ਆ ਬੜੀ ਵੱਡੀ ਸਮੱਸਿਆ ਹੋ ਗਈ, ਕਿਉਂਕਿ ਜਿਹੜੀ ਮੇਨ ਸਮੱਸਿਆ ਸਾਡੀ ਹੈਗੀ ਜਿਹੜੀ ਪਰਾਲੀ ਦੇ ਮੁੱਢ ਵੱਜਦੇ ਨੇ ਤੇ ਉਹਦੇ ਵਾਸਤੇ ਸਾਡੇ ਕੋਲੇ ਪਹਿਲਾਂ ਮਸ਼ੀਨਰੀਕਰਨ ਜਿਹੜਾ ਬਹੁਤ ਘੱਟ ਸੀ ਤੇ ਜ਼ਿਮੀਂਦਾਰ ਵਾਸਤੇ ਵਾਕਿਆ ਹੀ ਉਹ ਪ੍ਰੋਬਲਮ ਸੀ ਕਿ ਉਹ ਕਰੇ ਤੇ ਕਰੇ ਕੀ ਕਰੇ। ਸੋ ਉਸ ਤੋਂ ਬਾਅਦ ਜਿਵੇਂ ਸਾਡੇ ਕੋਲ ਮਸ਼ੀਨਾਂ ਹੁਣ ਆ ਗਈਆਂ, ਉਹ ਮਸ਼ੀਨਾਂ ਦੇ ਵਾਸਤੇ ਕਿਉਂਕਿ ਜ਼ਿਮੀਂਦਾਰ ਸਾਰੇ ਜਿਹੜੇ ਆ ਉਹ ਲੈ ਨਹੀਂ ਸੀ ਸਕਦੇ, ਸੋ ਸਰਕਾਰਾਂ ਨੇ ਮੌਕੇ 'ਤੇ ਸਾਨੂੰ ਜਿਹੜੀਆਂ ਸਕੀਮਾਂ ਦਿੱਤੀਆਂ, ਜਿਹੜੀਆਂ ਸਾਡੀ CRM ਸਕੀਮ ਚੱਲ ਰਹੀ ਉਹਦੇ ਤਹਿਤ ਸੈਂਟਰ ਤੋਂ ਸਾਨੂੰ ਕਾਫੀ ਜਿਹੜੇ ਫੰਡ ਮਿਲੇ, ਉਹਦੇ ਨਾਲ ਅਸੀਂ ਮਸ਼ੀਨਾਂ ਦੇ ਉੱਤੇ ਸਬਸਿਡੀ ਦਿੱਤੀ ਤੇ ਸਬਸਿਡੀ ਦੇਣ ਦੇ ਨਾਲ ਕਾਫੀ ਜਿਹੜੇ ਕਿਸਾਨ ਆ ਉਹ ਹੁਣ ਹੌਲੀ ਜਿਹੜੇ ਆ ਉਹ ਇਸ ਜਿਹੜੀ ਪਰਾਲੀ ਨੂੰ ਜਿਹੜਾ ਵਾ ਉਹ ਸਾਡੇ ਮਸ਼ੀਨਰੀਕਰਨ ਦੇ ਨਾਲ ਜਿਹੜਾ ਉਹਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ। ਤੋ ਜਿਹੜੇ ਰਹਿੰਦੇ ਕਿਸਾਨ ਆ ਹੌਲੀ ਉਹਨਾਂ ਨੂੰ ਵੀ ਅਸੀਂ ਲਿਟਰੇਟ ਕਰ ਰਹੇ ਹਾਂ। ਜਿਹੜੀਆਂ ਸਾਡੀਆਂ ਕਿਸਾਨ ਜਿਹੜੀਆਂ ਸੁਸਾਇਟੀਆਂ ਨੇ ਜਾਂ ਜਿਹੜੀਆਂ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਉਹਨਾਂ ਦੇ ਥਰੂ ਜਿਹੜਾ ਉਹ ਇਹਦੇ ਕੋਲ ਕਿਰਾਏ 'ਤੇ ਮਸ਼ੀਨਾਂ ਲੈ ਕੇ ਤੇ ਉਹਦੇ ਨਾਲ ਜਿਹੜਾ ਉਹ ਆਪਣਾ ਇਸ ਸਟਬਲ ਨੂੰ ਜਿਹੜੇ ਸਾਡੇ ਮੋਢੇ ਆ ਉਹਨਾਂ ਨੂੰ ਜਿਹੜਾ ਕੰਟਰੋਲ ਕਰ ਸਕਦੇ ਜੀ। ਇਸ ਤੋਂ ਪਹਿਲਾਂ ਕਿ ਮੈਂ ਅਗਲਾ ਸਵਾਲ ਪੁੱਛਾਂ, ਇੱਕ ਹੋਰ ਸਾਡੇ ਦਰਸ਼ਕ ਜਿਹੜੇ ਆ ਉਹ ਫੋਨ ਲਾਈਨ ਤੇ ਸਾਡੇ ਨਾਲ ਜੁੜੇ ਹੋਏ ਨੇ। ਹੈਲੋ ਜੀ। ਹਾਂਜੀ, ਗੁਰਮੀਤ ਸਿੰਘ ਹੰਸ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਆਪਣਾ ਸਵਾਲ ਪੁੱਛੋ ਮੈਂ ਅਫਸਰ ਪੁੱਛਣਾ ਚਾਹੁੰਦਾ ਹਾਂ ਮਾਹਰਾਂ ਨੂੰ ਜੀ, ਵੀ ਜਿਹੜੀਆਂ ਮਸ਼ੀਨਾਂ ਹੈਗੀਆਂ ਇਹ ਐਗਰੀਕਲਚਰ ਵਿਭਾਗ ਤੋਂ ਵਧੀਆ ਕਿੱਥੋਂ ਮਿਲਣੀਆਂ? ਦੂਜਾ ਹੈਗਾ ਜਿਹੜਾ ਇਹਦਾ ਪ੍ਰਚਾਰ, ਦੇਖੋ ਮੇਰਾ ਬਲਾਕ ਭੋਪਰ ਹੈ, ਮੈਂ ਜਰਨਲਿਸਟ ਵੀ ਹਾਂ, ਪ੍ਰਚਾਰ ਨਹੀਂ ਹੋ ਸਕਿਆ ਮਸ਼ੀਨਾਂ ਬਾਰੇ ਵੀ ਕਿੱਦਾਂ ਇਹ ਚਲਾਉਣੀਆਂ ਕਿੱਦਾਂ ਕਰਨੀ ਹੈ। ਦੂਜੀ ਬੇਨਤੀ ਹੈ ਲੋਕਾਂ ਨੂੰ ਵੀ ਜਿਹੜੇ ਸੁਣਦੇ ਆ, ਕਿਸਾਨ ਨੂੰ ਵੀ, ਜਿਹਦਾ ਧੂੰਆਂ ਪਰਾਲੀ ਤੋਂ ਅੱਗ ਲੱਗ ਜਾਂਦੀ ਆ, ਧੂੰਆਂ ਪਿੰਡਾਂ 'ਚ ਆਵਾਰਾ ਰਾਤ ਨੂੰ ਸਾਹ ਨਹੀਂ ਆਉਂਦਾ। ਦੂਜਾ ਹੈਗਾ ਜਿਹੜੀ ਸਾਡੇ ਹਾਈਵੇ ਹੈਗੇ ਆ ਜੰਮੂ ਪਠਾਨਕੋਟ, ਜਿਹਦਾ ਇਹ ਹਾਈਵੇ ਤੇ ਹੁੰਦਾ ਉਹਦਾ ਸਾਹਮਣੇ ਟੱਕਰ ਵੱਜਦੀ ਆ, ਕੋਈ ਵੱਜਦਾ ਰਹਿੰਦਾ ਰਹਿ ਜਾਂਦਾ ਹੈਗੀ ਆ। ਲੋਕਾਂ ਨੂੰ ਵੀ ਚਾਹੀਦਾ, ਕਿਸਾਨ ਨੂੰ ਵੀ ਚਾਹੀਦਾ, ਜਿੱਥੇ ਇਹ ਆਪਣੇ ਆਪ ਨੂੰ ਬਚਾਉਂਦੇ ਆ ਉੱਥੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਇਹ। ਦੂਜਾ ਪ੍ਰਚਾਰ ਚਾਹੀਦਾ, ਜਿਹੜੀ ਮਸ਼ੀਨ ਦੀ ਵਰਕਿੰਗ ਹੈਗੀ ਆ ਕਿੱਦਾਂ ਹੋਣੀ ਆ, ਇਹਦੇ ਬਾਰੇ ਚਰਚਾ ਵੀ ਕਰੋ ਤੇ ਚਰਚਾ ਪ੍ਰੈਕਟੀਕਲ ਤੋਂ ਵੀ ਹੋਣੀ ਚਾਹੀਦੀ ਆ। ਮਿਹਰਬਾਨੀ ਜੀ। ਹਾਂ ਬਿਲਕੁਲ ਜੀ ਹੰਸ ਜੀ, ਬਹੁਤ ਬਹੁਤ ਧੰਨਵਾਦ ਵੀ ਤੁਸੀਂ ਬੜੇ ਮੁੱਦੇ ਛੋਲੇ ਨਾਲ ਸੁਨੇਹਾ ਵੀ ਦੇਤਾ ਤੁਸੀਂ ਕਿਸਾਨਾਂ ਨੂੰ। ਪਹਿਲੀ ਗੱਲ ਇਹਦੇ 'ਚ ਮਸ਼ੀਨਾਂ ਦੀ ਜਿਹੜੀ ਚਲਾਉਣ ਬਾਰੇ ਗੱਲਬਾਤ ਹੋਈ ਆ, ਉਹਦੇ 'ਚ ਅਸੀਂ ਛੋਟੇ ਹੁਣ ਸ਼ੁਰੂ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਵੀ ਕੈਂਪ ਲਾਉਣ ਦੀ, ਥੋੜ੍ਹੇ ਜ਼ਿਮੀਂਦਾਰਾਂ ਨੂੰ ਇਕੱਠਾ ਕਰਕੇ ਨਾਲ ਜਿਹੜੀਆਂ ਕੋਵਿਡ ਦੀਆਂ ਹਦਾਇਤਾਂ ਉਹਨਾਂ ਦੀ ਪਾਲਣਾ ਕਰਦੇ ਹੋਏ ਅਸੀਂ ਜਿਹੜੀਆਂ ਮਸ਼ੀਨਾਂ ਜ਼ਿਮੀਂਦਾਰਾਂ ਕੋਲ ਜਾ ਰਹੀਆਂ ਉਹਨਾਂ ਨੂੰ ਅਸੀਂ ਜ਼ਿਮੀਂਦਾਰਾਂ ਦੇ ਵਿੱਚ ਜਾ ਕੇ ਆਪ ਚਲਵਾਵਾਂਗੇ ਨਾਲ। ਉਸ ਤੋਂ ਬਾਅਦ ਦੂਸਰੀ ਗੱਲ ਕੀਤੀ ਹੈ ਵੀ ਕਿੱਥੋਂ ਮਿਲਣਗੀਆਂ ਮਸ਼ੀਨਾਂ। ਤੁਹਾਡੇ ਭੋਗਪੁਰ ਬਲਾਕ ਦੇ ਵਿੱਚ ਹੀ ਜਿਹੜੇ ਆ ਸਾਡੇ ਦਫ਼ਤਰ ਬਣੇ ਹੋਏ ਆ, ਉੱਥੇ ਤੁਸੀਂ ਆਪਣਾ ਕੰਟੈਕਟ ਕਰ ਸਕਦੇ ਹੋ। ਹਰ ਇੱਕ ਮਸ਼ੀਨ ਦੀਆਂ ਅਸੀਂ ਫਰਮਾਂ ਜਿਹੜੀਆਂ ਵਾ ਵਿਭਾਗ ਵੱਲੋਂ ਜਿਹੜੀਆਂ ਵਾ ਇੰਪੈਨਲ ਕੀਤੀਆਂ ਹੋਈਆਂ, ਲਗਭਗ ਹਰ ਇੱਕ ਮਸ਼ੀਨ ਦੀ 100 ਤੋਂ ਵੱਧ ਮਸ਼ੀਨ ਫਰਮ ਜਿਹੜੀ ਆ ਇੰਪੈਨਲਡ ਆ। ਤੁਸੀਂ ਕੋਈ ਵੀ ਆਪਣੀ ਜਿਹੜੀ ਚੋਇਸ ਦੀ ਜਿਹੜੀ ਆ ਫਰਮ ਤੋਂ ਜਿਹੜੀ ਮਸ਼ੀਨ ਖਰੀਦ ਸਕਦੇ ਹੋ। ਉਸ ਤੋਂ ਬਾਅਦ ਜਿਹੜੀ ਦੂਸਰੀ ਗੱਲ ਤੁਸੀਂ ਬੜਾ ਵਧੀਆ ਸੁਨੇਹਾ ਦਿੱਤਾ ਵੀ ਜਿਹੜੀ ਅੱਗ ਦੇ ਨਾਲ ਜਿਹੜੇ ਹਾਈਵੇ ਦੇ ਉੱਤੇ ਐਕਸੀਡੈਂਟ ਹੁੰਦੇ ਆ ਜਾਂ ਪਿੰਡਾਂ ਦੇ ਵਿੱਚ ਧੂੰਆਂ ਹੁੰਦਾ ਤੇ ਸਾਹ ਦੀਆਂ ਪ੍ਰੋਬਲਮਾਂ,
ਇੱਕ ਹੋਰ ਮੈਂ ਇਹ 'ਚ ਜੋੜਨਾ ਚਾਹੁੰਦਾ ਵੀ ਜਿੱਦਾਂ ਕਰੋਨਾ ਦਾ ਬੜਾ ਕਹਿਰ ਚੱਲ ਰਿਹਾ, ਜੇ ਅਸੀਂ ਧੂੰਆਂ ਜਿਹੜਾ ਵਧੇਗਾ ਉਹਦੇ ਨਾਲ ਆਕਸੀਜਨ ਦੀ ਕਮੀ ਹੋਣੀ ਆ, ਤੇ ਜਿਹੜਾ ਕਰੋਨਾ ਵਾ ਇਹ ਆਕਸੀਜਨ ਦੀ ਕਮੀ ਪਹਿਲਾਂ ਹੀ ਪੈਦਾ ਕਰਦਾ, ਤੇ ਇਹਦੇ ਨਾਲ ਕਿਤੇ ਨਾ ਕਿਤੇ ਕਰੋਨਾ ਦੇ ਵਧਣ ਦੇ ਚਾਂਸ ਹੈਗੇ ਆ। ਸੋ ਕਿਸਾਨ ਵੀਰ ਜ਼ਰੂਰ ਇਸ ਵੱਲ ਧਿਆਨ ਦੇਣ ਵੀ ਇਕੱਲਾ ਪਰਾਲੀ ਨਾਲ ਅੱਗ ਨਹੀਂ ਲੱਗਣੀ, ਧੂੰਆਂ ਹੀ ਨਹੀਂ ਹੋਣਾ, ਇਹਦੇ ਨਾਲ ਕਰੋਨਾ ਵੀ ਵਧਣਾ, ਇਸ ਚੀਜ਼ ਨੂੰ ਜ਼ਰੂਰ ਧਿਆਨ ਦੇਣ ਜੀ। ਇਹ ਤੁਸੀਂ ਨਵਦੀਪ ਜੀ ਬਹੁਤ ਅੱਛੀ ਜਿਹੜੀ ਹੈ ਗੱਲ ਦੱਸੀ ਹੈ ਕਿ ਜੇ ਧੂੰਆਂ ਜ਼ਿਆਦਾ ਹੋਏਗਾ ਤੇ ਆਕਸੀਜਨ ਦੀ ਘਾਟ ਹੋਊਗੀ, ਕਿਉਂਕਿ ਪਹਿਲਾਂ ਹੀ ਕਰੋਨਾ ਕਰਕੇ ਲੋਕ ਜਿਹੜੇ ਆ ਉਹ ਬਹੁਤ ਪਰੇਸ਼ਾਨ ਨੇ। ਇਹ ਪੂਰੇ ਸੰਸਾਰ ਦੀ ਸਮੱਸਿਆ ਜਿਹੜੀ ਬਣੀ ਹੋਈ ਹੈ। ਡਾਕਟਰ ਸਾਹਿਬ, ਇੱਕ ਸਵਾਲ ਤੁਹਾਡੇ ਤੋਂ ਮੈਂ ਪੁੱਛਣਾ ਚਾਹੁੰਦਾ ਕਿ ਖੇਤੀਬਾੜੀ ਵਿਭਾਗ ਜਾਂ ਸਰਕਾਰਾਂ ਜਿਵੇਂ ਜਿਵੇਂ ਅਵੇਅਰ ਹੁੰਦਾ ਜਾਂਦਾ ਕਿਸਾਨ, ਥੋੜ੍ਹਾ ਜਿਹਾ ਪੜ੍ਹ ਲਿਖ ਜਾ ਵੱਧ ਗਿਆ, ਉਹਨਾਂ ਦੋ ਚੀਜ਼ਾਂ ਨੂੰ ਅਸੀਂ, ਦੋ ਫਸਲਾਂ ਨੂੰ ਜ਼ਿਆਦਾ ਪਹਿਲ ਦੇ ਰਹੇ ਹਾਂ, ਇੱਕ ਤਾਂ ਕਣਕ ਤੇ ਇੱਕ ਝੋਨਾ। ਝੋਨੇ ਦੀ ਫਸਲ ਜਿਹੜੀ ਆ ਪੈਦਾਵਾਰ ਪਹਿਲਾਂ ਨਾਲੋਂ ਕਿਤੇ ਨਾ ਕਿਤੇ ਜ਼ਿਆਦਾ ਵਧੀ ਹੈ, ਤੇ ਜਦੋਂ ਜ਼ਿਆਦਾ ਵਧੇਗੀ ਤੇ ਪਰਾਲੀ ਦੀ ਸਮੱਸਿਆ ਵੀ ਆਉਣੀ ਹੈ। ਕੀ ਇਹ ਵੀ ਤੁਸੀਂ ਕਿਸਾਨਾਂ ਨੂੰ ਦੱਸਦੇ ਹੋ ਕਿ ਇਹ ਜਿਹੜਾ ਫਸਲੀ ਚੱਕਰ ਹੈ, ਜੇ ਉਹਦੇ ਚੋਂ ਬਾਹਰ ਕਿਸਾਨ ਨਿਕਲਦਾ ਹੋਰ ਫਸਲਾਂ ਵੀ ਬੀਜਦਾ, ਉਹਦੇ ਨਾਲ ਵੀ ਸਾਡੀ ਜਿਹੜੀ ਪਰਾਲੀ ਦੀ ਸਮੱਸਿਆ ਜਿਹੜੀ ਹੱਲ ਹੁੰਦੀ ਹੈ? ਬਿਲਕੁਲ ਬਲਵਿੰਦਰ ਜੀ, ਕੁਝ ਸਾਡੇ ਸਾਲਾਂ ਤੋਂ ਜਿਹੜਾ ਸਾਡੇ ਕੋਲ ਇੱਕ ਸਕੀਮ ਆ ਜਿਹੜੀ ਕ੍ਰੌਪ ਡਿਵਰਸੀਫਿਕੇਸ਼ਨ ਸਕੀਮ ਆ, ਉਹਦੇ ਤਹਿਤ ਜਿਹੜੀ ਸਾਡੇ ਕੋਲ ਮੱਕੀ ਦੀ ਫਸਲ ਜਿਹੜੀ ਮੇਨ ਅਸੀਂ ਜਿਹੜੀ ਆ ਇਹ ਸੌਣੀ ਦੇ ਸੀਜ਼ਨ ਵਾਸਤੇ ਬਜਾਣ ਦੀ ਜਿਹੜੀ ਆ ਕੋਸ਼ਿਸ਼ ਕਰਦੇ ਆ, ਜਿਨ੍ਹਾਂ ਉੱਤੇ ਸਰਕਾਰ ਵੱਲੋਂ ਜਿਹੜੀ ਬੀਜ ਉੱਤੇ ਸਬਸਿਡੀ ਵੀ ਦਿੱਤੀ ਜਾ ਰਹੀ ਆ। ਇਸ ਵਾਰੀ ਵੀ ਅਸੀਂ ਜਿਹੜੀ ਆ ਬੀਜ ਉੱਤੇ ਸਰਕਾਰ ਨੇ ਸਬਸਿਡੀ ਦਿੱਤੀ ਆ, ਤੇ ਉਹਦੇ ਹੇਠ ਸਾਡੇ ਕੋਲ ਕਾਫੀ ਜਿਹੜਾ ਰਕਬਾ ਸਾਡੇ ਕੋਲ ਜਿਹੜਾ ਝੋਨੇ ਤੋਂ ਨਿਕਲ ਕੇ ਮੱਕੀ ਵਾਲੇ ਪਾਸੇ ਨੂੰ ਜਾ ਰਿਹਾ। ਤੇ ਜੇ ਮੱਕੀ ਦਾ ਇੱਕ ਬਹੁਤ ਹੀ ਵਧੀਆ ਜਿਹੜਾ ਬਦਲ ਜਿਹੜਾ ਵਾ ਝੋਨੇ ਦਾ ਹੋ ਸਕਦਾ, ਜੇ ਇਹਨੂੰ ਕਿਤੇ ਇਹਦਾ ਵਪਾਰਕ ਜਿਹੜੀ ਇਹਦੀ ਖਰੀਦ ਆ ਉਹ ਸਹੀ ਹੋ ਜਾਵੇ, ਤੇ ਮੇਰੇ ਹਿਸਾਬ ਨਾਲ ਜਿਹੜਾ ਝੋਨੇ ਦਾ ਜਿਹੜਾ ਕਾਫੀ ਜਿਹੜਾ ਡਿਵਰਸੀਫਿਕੇਸ਼ਨ ਜਿਹੜੀ ਆ ਉਹ ਹੋ ਸਕਦੀ ਆ। ਇਹ ਬਹੁਤ ਹੀ ਜਿਹੜੀ ਇੱਕ ਬੈਸਟ ਫਸਲ ਆ ਜਿਹੜੀ ਮੱਕੀ ਦੀ, ਜਿਹੜੀ ਝੋਨੇ ਦਾ ਬਦਲ ਹੋ ਸਕਦੀ ਹੈ। ਜੇ ਬਦਲ ਦੀ ਗੱਲ ਡਾਕਟਰ ਸਾਹਿਬ ਉਹਨਾਂ ਨੇ ਕੀਤੀ ਹੈ ਕਿ ਕਿਸਾਨ ਸਮਝਦੇ ਆ ਵੀ ਜੇ ਝੋਨੇ ਦੀ ਪੈਦਾਵਾਰ ਅਸੀਂ ਕਰਦੇ ਹਾਂ ਤੇ ਸਾਡੀ ਆਮਦਨੀ ਜਿਹੜੀ ਵੱਧ ਹੁੰਦੀ ਹੈ, ਕਿ ਮੱਕੀ ਬੀਜਣ ਨਾਲ ਇਹ ਬਰਾਬਰ ਆਮਦਨੀ ਹੋਊਗੀ ਜਾਂ ਝੋਨੇ ਨਾਲੋਂ ਵੀ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਹੋਊਗਾ? ਨਵਦੀਪ ਜੀ, ਇਹਦੇ ਬਾਰੇ ਦੱਸੋ। ਬਿਲਕੁਲ ਜੀ, ਜੇ ਅਸੀਂ ਡਾਈਵਰਸੀਫਿਕੇਸ਼ਨ ਕਰਾਂਗੇ ਜ਼ਰੂਰ ਇਹਦੇ ਨਾਲ ਅਸੀਂ ਜੇ ਵਾਧਾ ਨਹੀਂ ਕਹਿ ਸਕਦਾ ਤੇ ਬਰਾਬਰ ਜ਼ਰੂਰ ਲੈ ਸਕਦੇ। ਮੈਂ ਇੱਕ ਦੋ ਤੁਹਾਨੂੰ ਐਗਜ਼ਾਮਪਲਾਂ ਦੇਣੀਆਂ ਚਾਹਾਂਗਾ ਇਹਦੇ 'ਚ ਜੀ। ਕੁਝ ਉਦਮੀ ਕਿਸਾਨਾਂ ਨੇ, ਈਵਨ ਖੇਤੀਬਾੜੀ ਯੂਨੀਵਰਸਿਟੀ ਤੋਂ ਗ੍ਰੈਜੂਏਟ, ਇੰਜੀਨੀਅਰਿੰਗ ਗ੍ਰੈਜੂਏਟ ਕਿਸਾਨਾਂ ਨੇ, ਮੁੰਡਿਆਂ ਨੇ, ਉਹਨਾਂ ਨੇ ਆਪਣੇ ਜਿਹੜੇ ਆ ਸਾਈਲੇਜ ਜਿਹੜੇ ਆ, ਇਹਦਾ ਚਾਰਾ ਮੱਕੀ ਦਾ ਜਿਹੜਾ ਨਾ ਅੱਗੇ ਅਚਾਰ ਪੈਂਦਾ, ਉਹਦੇ ਲਈ ਮਸ਼ੀਨਾਂ ਬਾਹਰੋਂ ਇੰਪੋਰਟ ਕਰਕੇ ਉਹ ਅਚਾਰ ਬਣਾਉਂਦੇ ਆ, ਉਹਦੀ ਪੈਕਿੰਗ ਕਰਦੇ, 1-1 ਕੁਇੰਟਲ ਦਾ ਜਿਹੜੀ ਪੈਕਿੰਗ ਕਰਕੇ ਉਹਨੂੰ ਪੂਰਾ ਲਪੇਟ ਦਿੰਦੇ ਆ। ਲਪੇਟ ਕੇ ਜਿਸ ਤਰ੍ਹਾਂ ਰਾਜਸਥਾਨ ਜਿੱਥੇ ਚਾਰਾ ਘੱਟ ਹੁੰਦਾ ਜਾਂ ਪਹਾੜੀ ਖੇਤਰ ਆ ਜਿੱਥੇ ਚਾਰਾ ਘੱਟ ਹੁੰਦਾ, ਉੱਥੇ ਉਹਨੂੰ ਕੁਇੰਟਲ ਕਿਲੋਆਂ ਦੇ ਹਿਸਾਬ ਨਾਲ ਜਾਂ ਕੁਇੰਟਲਾਂ ਦੇ ਹਿਸਾਬ ਨਾਲ ਜਾਂਦੀ ਆ ਜੀ। ਮਤਲਬ ਜਿਹੜੀ ਮੱਕੀ ਆ ਕੱਲੀ ਤੁਸੀਂ ਖਾਣ ਲਈ ਨਹੀਂ ਆਪਾਂ ਵਰਤਣੀ, ਉਹਨੂੰ ਚਾਰੇ ਦੇ ਤੌਰ ਤੇ ਵੀ ਬੜਾ ਵਧੀਆ। ਔਰ ਤੋਂ ਸਾਡੇ ਕੋਲ ਕਈ ਜ਼ਿਮੀਂਦਾਰ ਆ ਜਿਹਨਾਂ ਨੇ ਇਸ ਵਾਰ ਜਿਹੜੀ ਆ 200-250 ਕੁਇੰਟਲ ਜਿਹੜੀ ਆ ਮੱਕੀ ਕੱਢੀ ਆ, ਤੇ ਉਹਨਾਂ ਦੇ ਕੰਟਰੈਕਟ ਸੀ ਅੱਗੇ ਜਿਹੜੇ ਆ ਅਚਾਰ ਬਣਾਉਣ ਵਾਲੀਆਂ। ਸਾਡੇ ਕੋਲ ਪੰਜਾਬ ਦੇ ਵਿੱਚ ਯੂਨਿਟ ਐਸਟੈਬਲਿਸ਼ ਹੋ ਰਹੇ ਆ ਜਿਹੜੇ ਸਾਈਲੇਜ ਯੂਨਿਟ ਆਪਣੇ ਬਣਾਉਂਦੇ, ਇਹਦਾ ਅਚਾਰ ਬਣਾਉਂਦੇ ਆ, ਉਹਦੇ ਨਾਲ ਅੱਗੇ ਜਿਹੜਾ ਇਹਨੂੰ ਕਮਰਸ਼ੀਅਲਾਈਜ਼ ਕੀਤਾ ਜਾ ਰਿਹਾ, ਕਿਉਂਕਿ ਡੇਅਰੀਆਂ ਦੇ ਵਿੱਚ ਵੀ ਚਾਰੇ ਦੀ ਲੋੜ ਪੈਂਦੀ ਆ। ਬਾਕੀ ਮੈਂ ਜਿਸ ਤਰ੍ਹਾਂ ਗੱਲ ਕੀਤੀ, ਜਿਹੜੇ ਏਰੀਏ 'ਚ ਚਾਰਾ ਨਹੀਂ ਹੁੰਦਾ ਉੱਥੇ ਵੀ ਇਹਨੂੰ ਭੇਜਿਆ ਜਾ ਸਕਦਾ। ਉਸ ਤੋਂ ਬਾਅਦ ਜੇ ਅਸੀਂ ਪੰਜਾਬੀ ਜਾਂ ਆਪਣੇ ਭਾਰਤੀ ਲੋਕ, ਜੇ ਅਸੀਂ ਆਪਣੀ ਖਾਣ ਦੀਆਂ ਜਿਹੜੀਆਂ ਹੈਬਿਟ, ਜਿਹੜੀਆਂ ਆਦਤਾਂ ਚੇਂਜ ਕਰ ਲਈਏ, ਮੱਕੀ ਨੂੰ ਉਹਦੇ 'ਚ ਸ਼ਾਮਲ ਕਰ ਲਈਏ, ਤੇ ਉਹਦੇ ਨਾਲ ਵੀ ਕਿਤੇ ਨਾ ਕਿਤੇ ਜਦੋਂ ਖਪਤ ਵਧੇਗੀ ਤੇ ਉਹਦੇ ਨਾਲ ਨੈਚੁਰਲੀ ਸਾਨੂੰ ਉਨੀ ਪੈਦਾਵਾਰ ਵੀ ਕਰਨੀ ਪਏਗੀ। ਇਹ ਸਾਰਾ ਕੁਝ ਕਿਤੇ ਨਾ ਕਿਤੇ ਲਿਆਉਣਾ ਪਊਗਾ, ਕਿਉਂਕਿ ਅਸੀਂ ਜੇ ਦੂਸਰੇ ਦੇਸ਼ਾਂ ਦੀ ਗੱਲ ਕਰੀਏ, ਅਮਰੀਕਾ ਜਾਂ ਯੂਰਪ ਦੀ, ਉੱਥੇ ਮੱਕੀ ਨੂੰ ਬੜੇ ਤਰੀਕੇ, ਹਰ ਵੱਖ-ਵੱਖ ਤਰੀਕਿਆਂ ਨਾਲ ਖਾਧਾ ਜਾਂਦਾ। ਉੱਥੇ ਕਣਕ ਦੀ ਜਿਹੜੀ ਖਪਤ ਘੱਟ ਹੁੰਦੀ ਹੈ, ਮੱਕੀ ਦੀ ਖਪਤ ਜ਼ਿਆਦਾ। ਮੱਕੀ ਤੋਂ ਅਸੀਂ ਇਥੇਨੋਲ ਵੀ ਬਣਾ ਸਕਦੇ ਹਾਂ, ਜਿਹੜੀ ਅੱਗੇ ਡੀਜ਼ਲ ਦੇ ਵਿੱਚ ਜਾਂ ਆਪਣੇ ਬਤੌਰ ਫਿਊਲ ਜਿਹੜਾ ਵਰਤਿਆ ਜਾ ਸਕਦਾ। ਇਹਦੇ ਬਹੁਤ ਜ਼ਿਆਦਾ ਫਾਇਦੇ ਆ ਜੇ ਅਸੀਂ ਇਸ ਨੂੰ ਵਰਤਣਾ ਚਾਹੀਏ, ਤੇ ਇਹਨੂੰ ਇੱਕ ਬਹੁਤ ਵਧੀਆ ਬਦਲ ਲੈ ਸਕਦੇ ਹਾਂ, ਤੇ ਝੋਨੇ ਤੋਂ ਵੀ ਵਧੀਆ ਇਹ ਤੋਂ ਸਾਨੂੰ ਪ੍ਰੋਫਿਟ ਮਿਲ ਸਕਦਾ ਜੀ। ਡਾਕਟਰ ਸਾਹਿਬ, ਜਿਵੇਂ ਇਹਨਾਂ ਨੇ ਦੱਸਿਆ ਕਿ ਦੇਖੋ ਕੁਝ ਸਟੇਟਾਂ ਵਿੱਚ ਬਾਜਰੇ ਦੀ ਰੋਟੀ ਲੋਕ ਜ਼ਿਆਦਾ ਪ੍ਰੈਫਰ ਕਰਦੇ ਆ, ਮਕਈ ਦੀ ਰੋਟੀ ਖਾਂਦੇ। ਅਸੀਂ ਸਿਰਫ, ਮੈਂ ਪੰਜਾਬ ਦੀ ਗੱਲ ਕਰਾਂ ਤੇ ਅਸੀਂ ਸਿਰਫ ਕਣਕ ਦੀ ਰੋਟੀ ਜ਼ਿਆਦਾ ਖਾਣੀ ਪਸੰਦ ਕਰਦੇ ਹਾਂ। ਚੌਲ ਵੀ ਜਿਹੜੇ ਆ, ਚਾਵਲ ਜਿਹੜੇ ਆ ਉਹ ਘੱਟ ਮਤਲਬ ਖਾਂਦੇ ਆ। ਸ਼ਹਿਰਾਂ 'ਚ ਚਾਹੇ ਵੱਧ ਇਹਦੀ ਲਾਗਤ ਹੈਗੀ, ਪਰ ਪਿੰਡਾਂ 'ਚ ਆਪਾਂ ਰੋਟੀ ਨੂੰ ਜ਼ਿਆਦਾ, ਕਣਕ ਦੀ ਰੋਟੀ ਨੂੰ ਜ਼ਿਆਦਾ ਤਰਜੀਹ ਦਿੰਦੇ। ਜੇ ਤੁਹਾਡਾ ਖੇਤੀਬਾੜੀ ਵਿਭਾਗ ਲੋਕਾਂ ਨੂੰ ਇਹ ਵੀ ਦੱਸਦਾ ਕਿ ਭਾਈ ਖਾਣ ਪਾਣ 'ਚ ਇਹਦਾ ਬਦਲਾਅ ਵੀ ਹੋਣਾ ਚਾਹੀਦਾ, ਤੇ ਮੈਨੂੰ ਲੱਗਦਾ ਹੈ ਕਿ ਲੋਕ ਥੋੜ੍ਹਾ ਕਣਕ ਨਾਲੋਂ ਜਾਂ ਚਾਵਲ ਨਾਲੋਂ ਮੱਕੀ ਵਾਲੇ ਪਾਸੇ, ਜੇ ਬਾਜਰੇ ਵਾਲੇ ਪਾਸੇ ਆ ਜਾਣ ਤਾਂ ਉਹਨਾਂ ਦੀ ਇੱਕ ਤਾਂ ਸਿਹਤ ਠੀਕ ਰਹੇਗੀ, ਦੂਜਾ ਇਹ ਆ ਵੀ ਇਹ ਫਸਲੀ ਚੱਕਰ 'ਚੋਂ ਨਿਕਲ ਕੇ ਥੋੜ੍ਹਾ ਜਿਹਾ ਬਦਲਾਅ ਵੀ ਆਊਗਾ। ਤੇ ਡਾਕਟਰ ਸਾਹਿਬ, ਹੁਣ ਕਰੋਨਾ ਦਾ ਦੌਰ ਜਿਹੜਾ ਚੱਲਦਾ, ਕਟਾਈ ਸ਼ੁਰੂ ਹੋਣ ਵਾਲੀ ਹੈ, ਇਹ ਸਮੱਸਿਆ ਜਿਹੜੀ ਆ ਹੁਣ
ਕੁਝ ਦਿਨਾਂ ਤੋਂ ਬਾਅਦ ਫਿਰ ਹੋਣ ਵਾਲੀ ਹੈ। ਤੁਸੀਂ ਤੁਹਾਡਾ ਜਾਂ ਵਿਭਾਗ ਜਾਂ ਸਰਕਾਰ ਕੀ ਇਹ ਡਿਊਟੀਆਂ ਲੱਗ ਗਈਆਂ ਹੁਣ ਕਿਸਾਨਾਂ ਤੱਕ ਜਾਣ ਲਈ, ਜਾਂ ਕਿਸਾਨਾਂ ਨੂੰ ਉਹਨਾਂ ਦੀ ਸਬਸਿਡੀ ਬਾਰੇ ਹੁਣ ਇਹ ਅਵੇਅਰ ਕੀਤਾ ਜਾ ਰਿਹਾ, ਜਾਂ ਇਹਦਾ ਪ੍ਰਚਾਰ ਹੁਣ ਸ਼ੁਰੂ ਹੋ ਗਿਆ ਕਿ ਨਹੀਂ ਹਾਲੇ? ਬਲਵਿੰਦਰ ਜੀ, ਤੁਸੀਂ ਬੜਾ ਵਧੀਆ ਇਹ ਸਵਾਲ ਪੁੱਛਿਆ ਕਿ ਹੁਣ ਜਿਹੜਾ ਸਮਾਂ ਬਿਲਕੁਲ ਕਣਕ ਝੋਨੇ ਦੀ ਜਿਹੜੀ ਕਟਾਈ ਆ ਸਿਰ ਤੇ ਆ, ਔਰ 2-4 ਦਿਨ ਦੇ ਵਿੱਚ ਸ਼ੁਰੂ ਹੋਣ ਵਾਲੀ ਆ, ਕਈ ਥਾਵਾਂ ਤੇ ਸ਼ੁਰੂ ਹੋ ਵੀ ਗਈ ਆ। ਪ੍ਰਸ਼ਾਸਨ ਵੱਲੋਂ ਸਾਡੇ ਜਿਹੜੀਆਂ ਪਿੰਡ ਲੈਵਲ ਦੇ ਉੱਤੇ ਨੋਡਲ ਅਫਸਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਨੇ। ਜਿੱਥੇ ਵੀ ਕਿਤੇ ਕੋਈ ਕਿਸਾਨ ਕਿਤੇ ਇਸ ਪਰਾਲੀ ਨੂੰ ਅੱਗ ਲਾਵੇਗਾ ਤਾਂ ਜਿਹੜਾ ਸਾਡਾ ਇੱਕ ਰਿਮੋਟ ਸੈਂਸਿੰਗ ਜਿਹੜਾ ਡਿਪਾਰਟਮੈਂਟ ਆ, ਉਸੇ ਵੇਲੇ ਹੀ ਉਹਦੇ ਵਿੱਚ ਜਿਹੜੀ ਉਹਦੀ ਲੋਕੇਸ਼ਨ ਹੈ ਉਹਦੇ ਵਿੱਚ ਆ ਜਾਊਗੀ। ਤੇ ਰਿਮੋਟ ਸੈਂਸਿੰਗ ਡਿਪਾਰਟਮੈਂਟ ਨੇ ਇੱਕ ਸਾਡਾ ਪੋਰਟਲ ਬਣਾ ਦਿੱਤਾ, ਉਹਦੇ ਵਿੱਚ ਜਦੋਂ ਉਹ ਜਿਹੜੇ ਉਸ ਪਿੰਡ ਦੀ ਜਿਹੜੀ ਲੋਕੇਸ਼ਨ ਆ ਜਾਊਗੀ ਤੇ ਉਹ ਪਿੰਡ ਦਾ ਜਿਹੜਾ ਉੱਥੇ ਅਫਸਰ ਲੱਗਿਆ ਉਸੇ ਵੇਲੇ ਹੀ ਜਾ ਕੇ ਉੱਥੇ ਤਾਂ ਉਹ ਜਿਹੜਾ ਉਹਦੇ ਤੇ ਐਕਸ਼ਨ ਲਊਗਾ। ਜਿੰਨਾ ਚਿਰ ਉਹ ਐਕਸ਼ਨ ਜਿਹੜਾ ਉਹਦੇ ਉੱਤੇ ਨਹੀਂ ਹੁੰਦਾ ਉਨਾ ਚਿਰ ਉਹ ਜਿਹੜਾ ਉਹਦੇ ਵਿੱਚ ਸਟੈਂਡ ਰਹੇਗਾ, ਉਹਦੀ ਜਿਹੜੀ ਕੰਪਲੇਂਟ ਹੈ ਉਹ ਜਿਹੜੀ ਉਹ ਸਟੈਂਡ ਰਹੇਗੀ। ਉਹ ਉਦੋਂ ਹੀ ਨਿਕਲਣੀ ਹੈ ਜਦੋਂ ਉਹਦੇ ਉੱਤੇ ਐਕਸ਼ਨ ਲਏਗਾ। ਉਹ ਕੋਈ ਵੀ ਐਕਸ਼ਨ ਹੋ ਸਕਦਾ, ਭਾਵੇਂ ਵਿਭਾਗੀ ਹੋਵੇ ਤੇ ਜਾਂ ਕੋਈ ਪ੍ਰਸ਼ਾਸਨਿਕ ਹੋਵੇ। ਜੀ, ਤੁਸੀਂ ਸਾਡੇ ਇਸ ਪ੍ਰੋਗਰਾਮ ਵਿੱਚ ਡਾਕਟਰ ਸਾਹਿਬ ਨਵਦੀਪ ਜੀ ਆਏ, ਸਾਡੇ ਕਿਸਾਨਾਂ ਨਾਲ ਸਿੱਧੇ ਤੌਰ ਤੇ ਰਾਬਤਾ ਵੀ ਕਾਇਮ ਕੀਤਾ ਔਰ ਉਹਨਾਂ ਨੂੰ ਇਹ ਦੱਸਿਆ ਕਿ ਜੇ ਅਸੀਂ ਪਰਾਲੀ ਨੂੰ ਅੱਗ ਲਾਉਂਦੇ ਹਾਂ ਉਹਦੇ ਨਾਲ ਜਿੱਥੇ ਸਾਡਾ ਵਾਤਾਵਰਨ ਖਰਾਬ ਹੁੰਦਾ ਉੱਥੇ ਸਾਡੀ ਸਿਹਤ ਤੇ ਇਹਦਾ ਜਿਹੜਾ ਧੂਏ ਦਾ ਬਹੁਤ ਜ਼ਿਆਦਾ ਅਸਰ ਹੁੰਦਾ, ਬਹੁਤ ਸਾਰੀਆਂ ਬਿਮਾਰੀਆਂ ਸਾਨੂੰ ਜਿਹੜੀਆਂ ਉਹ ਘੇਰਦੀਆਂ। ਸਰਕਾਰ ਨੇ ਕਿੰਨੀ ਸਬਸਿਡੀ ਹੈ ਉਹਦੇ ਬਾਰੇ ਵੀ ਤੁਸੀਂ ਦੱਸਤਾ। ਮੈਨੂੰ ਆਸ ਹੈ ਕਿ ਸਾਡੇ ਕਿਸਾਨ ਵੀਰਾਂ ਨੇ ਸਾਡੀ ਇਸ ਗੱਲਬਾਤ ਤੋਂ ਬਹੁਤ ਫਾਇਦਾ ਵੀ ਲਿਆ ਹੋਣਾ ਔਰ ਅੱਗੇ ਤੋਂ ਜਿਹੜਾ ਉਹ ਅੱਗ ਨਹੀਂ ਲਾਉਣਗੇ ਔਰ ਵਾਤਾਵਰਨ ਨੂੰ ਵੀ ਜਿਹੜਾ ਬਚਾਇਆ ਜਾਊਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।